Hello everyone. So hope you all are well. So today we are going to start our English syllabus. So ਜੋ ਸਾਡਾ ਇੰਗਲਿਸ਼ ਲੈਂਗੁਏਜ ਦਾ ਪਾਰਟ ਹੈ ਉਹ ਪੰਜਾਬ ਦੇ ਹਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ। ਉਹਦੇ 'ਚੋਂ ਕੁਐਸਚਨ ਆਉਂਦੇ ਹੀ ਆਉਂਦੇ ਆ। ਅਤੇ ਜਿਵੇਂ ਕਿ ਪੰਜਾਬੀ ਵਾਲੇ ਕੁਐਸਚਨ ਤਾਂ ਅਸੀਂ ਕਰ ਲੈਂਦੇ ਹਾਂ, ਪਰ ਜਿਹੜੇ ਲੈਂਗੁਏਜ ਇੰਗਲਿਸ਼ ਵਾਲਾ ਹੁੰਦਾ ਹੈ ਉਹ ਹਮੇਸ਼ਾ ਸਾਨੂੰ ਡਾਊਟਫੁਲ ਹੀ ਰਹਿੰਦੇ ਹਾਂ। ਭਾਵੇਂ ਸਹੀ ਕੀਤੇ ਵੀ ਹੋਣ ਤਾਂ ਅਸੀਂ ਡਾਊਟ ਵਿੱਚ ਹੀ ਰਹਿੰਦੇ ਹਾਂ, ਸ਼ਾਇਦ ਸਹੀ ਹੋਵੇ ਕਿ ਨਾ ਹੋਵੇ। ਸੋ ਅੱਜ ਅਸੀਂ ਉਹ ਆਪਣਾ ਇੰਗਲਿਸ਼ ਸਿਲੇਬਸ ਸਟਾਰਟ ਕਰਨ ਜਾ ਰਹੇ ਹਾਂ। ਸੋ ਕੋਸ਼ਿਸ਼ ਕਰਾਂਗੇ ਵੀ ਕੋਈ ਵੀ ਡਾਊਟ ਨਾ ਰਹੇ। ਸੋ ਅਸੀਂ ਅੱਜ ਜੋ ਸਟਾਰਟ ਕਰਾਂਗੇ ਸਾਡੀ ਉਹ ਹੈ ਪ੍ਰੈਪੋਜੀਸ਼ਨ। ਸੋ ਪ੍ਰੈਪੋਜੀਸ਼ਨ ਨੂੰ ਅਸੀਂ ਪੂਰੀ ਜੜ੍ਹ ਤੱਕ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਵੀ ਤਾਂ ਜੋ ਕੋਈ ਡਾਊਟ ਨਾ ਰਹੇ ਅਤੇ ਅਸੀਂ ਜੋ ਐਗਜ਼ਾਮ ਵਿੱਚ ਜਿੰਨੇ ਨੰਬਰ ਦਾ ਆਵੇ ਇੰਗਲਿਸ਼ ਵਿੱਚੋਂ ਅਤੇ ਅਸੀਂ ਪੂਰੇ ਦੇ ਪੂਰੇ ਨੰਬਰ ਲੈ ਕੇ ਆਈਏ। ਕਿਉਂਕਿ ਕੋਈ ਵੀ ਪ੍ਰੀਵੀਅਸ ਈਅਰ ਦਾ ਕੁਐਸਚਨ ਪੇਪਰ ਚੁੱਕ ਕੇ ਦੇਖੀਏ ਤਾਂ ਉਹਦੇ ਵਿੱਚ ਪ੍ਰੈਪੋਜੀਸ਼ਨ 'ਚ ਕੁਐਸਚਨ ਆਉਂਦੇ ਹੀ ਆਉਂਦੇ ਆ। ਸਭ ਤੋਂ ਮੋਸਟ ਇੰਪੋਰਟੈਂਟ ਜੇ ਟੋਪਿਕ ਆ ਕੋਈ ਕੰਪੀਟੀਟਿਵ ਐਗਜ਼ਾਮ ਵਿੱਚ ਤਾਂ ਉਹ ਪ੍ਰੈਪੋਜੀਸ਼ਨ ਆ। ਅਤੇ ਉੱਦਾਂ ਵੀ ਜੇ ਕੋਈ ਇੰਗਲਿਸ਼ ਸਿੱਖਣਾ ਚਾਹੁੰਦਾ ਹੈ ਤਾਂ ਉਹਦੇ ਲਈ ਵੀ ਇਹ ਪ੍ਰੈਪੋਜੀਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ ਅਸੀਂ ਬੇਸਿਕ ਤੋਂ ਸਟਾਰਟ ਕਰਾਂਗੇ। ਇੱਕ ਵੀਡੀਓ ਜਿਹੜੀ ਸਾਡੀ ਹੋਏਗੀ ਪ੍ਰੈਪੋਜੀਸ਼ਨ 'ਤੇ ਉਹ ਅਸੀਂ ਅੱਜ ਬੇਸਿਕ ਡਿਸਕਸ ਕਰਾਂਗੇ। ਜੋ ਨੈਕਸਟ ਵੀਡੀਓ ਹੋਏਗੀ ਸਾਡੀ ਉਹ ਸਿਰਫ MCQ ਦੀ ਹੋਏਗੀ। ਅਸੀਂ ਪ੍ਰੈਪੋਜੀਸ਼ਨ ਦੇ MCQ ਚੱਕਾਂਗੇ ਹਰੇਕ ਪ੍ਰੀਵੀਅਸ ਈਅਰ ਐਗਜ਼ਾਮ ਦੇ, ਫਿਰ ਉਹ ਸੋਲਵ ਕਰਾਂਗੇ। ਉਸ ਤੋਂ ਸਾਨੂੰ ਪਤਾ ਲੱਗ ਜਾਏਗਾ ਵੀ ਸਾਡਾ ਬੇਸਿਕ ਕਿੰਨਾ ਕੁ ਸਟਰੋਂਗ ਹੋਇਆ। ਚਲੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਅਸੀਂ ਆਪਣੀ ਵੀਡੀਓ ਵੱਲ ਅੱਗੇ ਵੱਧਦੇ ਹਾਂ। ਅਸੀਂ ਟੋਪਿਕ ਸਟਾਰਟ ਕਰਦੇ ਹਾਂ। ਸੋ ਸਾਰੇ ਜਿੰਨੇ ਵੀ ਇਹ ਵੀਡੀਓ ਨੂੰ ਦੇਖਣ ਸਾਰਿਆਂ ਦੇ ਅੱਗੇ ਰਿਕੁਐਸਟ ਹੈ, ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ ਅਤੇ ਦੱਸਿਓ ਵੀਡੀਓ ਵਧੀਆ ਲੱਗੀ ਕਿ ਖਰਾਬ ਲੱਗੀ। ਸੋ ਅਸੀਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵਰਡ ਪ੍ਰੈਪੋਜੀਸ਼ਨ। ਸਾਨੂੰ ਜੋ ਆ ਦਿਖ ਰਿਹਾ ਆ ਪ੍ਰੈਪੋਜੀਸ਼ਨ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਪ੍ਰੈਪੋਜੀਸ਼ਨ ਦਾ ਮਤਲਬ ਕੀ ਹੁੰਦਾ ਹੈ। ਪ੍ਰੈਪੋਜੀਸ਼ਨ ਦਾ ਮਤਲਬ ਹੁੰਦਾ ਪ੍ਰੀ ਪੋਜੀਸ਼ਨ, ਮਤਲਬ ਉਹ ਵਰਡ ਜਿਹੜੇ ਨਾਊਨ ਜਾਂ ਪ੍ਰੋਨਾਊਨ ਤੋਂ ਪਹਿਲਾਂ ਆਉਂਦੇ ਹੋਣ। ਜ਼ਿਆਦਾਤਰ ਜੇ ਆਪਾਂ ਵੇਖੀਏ ਨਾ, ਜ਼ਰੂਰੀ ਨਹੀਂ ਵੀ ਨਾਊਨ ਅਤੇ ਪ੍ਰੋਨਾਊਨ ਤੋਂ ਪਹਿਲਾਂ ਹੀ ਆਉਣ, ਪਰ ਜ਼ਿਆਦਾਤਰ ਕੇਸਾਂ ਦੇ ਵਿੱਚ ਮੋਸਟ ਆਫ ਕੇਸਿਸ ਦੇ ਵਿੱਚ ਇਹੀ ਚੀਜ਼ ਹੁੰਦੀ ਆ ਕਿ ਪ੍ਰੈਪੋਜੀਸ਼ਨ ਜੋ ਹੈ ਪ੍ਰੈਪੋਜੀਸ਼ਨ ਵਰਡ ਜਿਹੜਾ ਹਮੇਸ਼ਾ ਇਹ ਸਟਾਰਟਿੰਗ 'ਤੇ ਆਉਂਦਾ ਨਾਊਨ ਜਾਂ ਪ੍ਰੋਨਾਊਨ ਤੋਂ ਪਹਿਲਾਂ ਆਉਂਦਾ ਆ। ਸੋ ਅਸੀਂ ਪਹਿਲਾਂ ਇਹਦੀ ਡੈਫੀਨੇਸ਼ਨ ਦੇਖਦੇ ਹਾਂ। ਇਹ ਪ੍ਰੈਪੋਜੀਸ਼ਨ ਇਜ਼ ਅ ਵਰਡ ਯੂਜ਼ਡ ਟੂ ਲਿੰਕ ਨਾਊਨਸ। ਕਹਿੰਦੇ ਪ੍ਰੈਪੋਜੀਸ਼ਨ ਉਹ ਵਰਡਸ ਹੁੰਦੇ ਨੇ ਜਿਹੜੇ ਲਿੰਕ ਕਰਦੇ ਨੇ ਕਿਹਨੂੰ ਨਾਊਨ ਨੂੰ, ਪ੍ਰੋਨਾਊਨ ਅਤੇ ਫਰੇਜ਼ਿਸ ਹੁੰਦੇ ਨੇ ਸ਼ੋਰਟ ਸੈਂਟੈਂਸਿਸ। ਸੋ ਗਰੁੱਪ ਆਫ ਵਰਡਸ ਨੂੰ ਲੈ ਲਓ ਤੁਸੀਂ, ਇਹ ਮਤਲਬ ਲਿੰਕ ਕਰਦੇ ਨੇ ਨਾਊਨ, ਪ੍ਰੋਨਾਊਨ, ਫਰੇਜ਼ਿਸ ਟੂ ਅਦਰ ਵਰਡਸ ਦੂਜੇ ਸ਼ਬਦਾਂ ਨਾਲ। ਕਹਿੰਦੇ ਪ੍ਰੈਪੋਜੀਸ਼ਨ ਉਹ ਸ਼ਬਦ ਹੁੰਦੇ ਨੇ ਜਿਹੜੇ ਨਾਊਨ, ਪ੍ਰੋਨਾਊਨ ਅਤੇ ਫਰੇਜ਼ਿਸ ਨੂੰ ਲਿੰਕ ਕਰਦੇ ਨੇ ਬਾਕੀ ਦੂਸਰੇ ਸ਼ਬਦਾਂ ਦੇ ਨਾਲ ਕਿਸੇ ਇੱਕ ਸੈਂਟੈਂਸ ਦੇ ਵਿੱਚ। ਸੋ ਦੇ ਐਕਟ ਟੂ ਕਨੈਕਟ ਦਾ ਪੀਪਲ, ਆਬਜੈਕਟ, ਟਾਈਮ, ਲੋਕੇਸ਼ਨ ਆਫ ਸੈਂਟੈਂਸ। ਸੋ ਇਹ ਕੀ ਕਨੈਕਟ ਕਰਦੇ ਨੇ, ਜਿਵੇਂ ਕੋਈ ਬੰਦੇ ਦੀ ਗੱਲ ਹੋਣ ਡਈ, ਟਾਈਮ ਦੀ ਗੱਲ ਹੋਣ ਡਈ ਹੈ, ਜਾਂ ਕਿਸੇ ਚੀਜ਼ ਦੀ ਜਾਂ ਕਿਸੇ ਲੋਕੇਸ਼ਨ ਦੀ ਗੱਲ ਹੋ ਰਹੀ ਹੈ ਸੈਂਟੈਂਸ ਦੇ ਵਿੱਚ, ਉਹਨੂੰ ਇਹ ਦੂਸਰੇ ਵਰਡਸ ਦੇ ਨਾਲ ਕਨੈਕਟ ਕਰਦੇ ਨੇ। ਸੋ ਕਹਿੰਦੇ ਪ੍ਰੈਪੋਜੀਸ਼ਨ ਮਤਲਬ ਆਮ ਤੌਰ 'ਤੇ ਛੋਟੇ ਵਰਡਸ ਹੁੰਦੇ ਨੇ। ਦੇ ਆਰ ਨੋਰਮਲੀ ਪਲੇਸ ਡਾਇਰੈਕਟਲੀ ਇਨ ਫਰੰਟ ਆਫ ਨਾਊਨਸ। ਕਹਿੰਦੇ ਨੋਰਮਲੀ ਆਮ ਤੌਰ 'ਤੇ ਇਹ ਜਿਹੜੇ ਹੁੰਦੇ ਨੇ ਨਾਊਨ ਦੇ ਫਰੰਟ 'ਤੇ ਆਉਂਦੇ ਨੇ, ਨਾਊਨ ਤੋਂ ਪਹਿਲਾਂ। ਨਾਊਨ ਮਤਲਬ ਨਾਂਵ। ਸੋ ਹੋਪ ਤੁਹਾਨੂੰ ਨਾਊਨ ਜ਼ਰੂਰ ਪਤਾ ਹੋਣਗੇ। ਸੋ ਨਾਊਨ ਦੇ ਫਰੰਟ 'ਤੇ ਆਉਂਦੇ ਨੇ। ਸੋ ਇਨ ਸਮ ਕੇਸਿਸ ਯੂ ਵਿਲ ਫਾਈਂਡ ਪ੍ਰੈਪੋਜੀਸ਼ਨ ਇਨ ਫਰੰਟ ਆਫ ਜੀਰੈਂਡ ਵਰਬ। ਸੋ ਕਹਿੰਦੇ ਜ਼ਿਆਦਾਤਰ ਕੇਸਿਸ ਦੇ ਵਿੱਚ ਨਾਊਨ ਦੇ ਅੱਗੇ ਆਉਂਦੇ ਨੇ, ਪਰ ਕਈ ਕੇਸਿਸ ਦੇ ਵਿੱਚ ਜੀਰੈਂਡ ਵਰਬ ਦੇ ਮਤਲਬ ਸਾਹਮਣੇ ਵੀ ਆਉਂਦੇ। ਜੀਰੈਂਡ ਕੀ ਹੁੰਦਾ ਆ, ਇੱਕ ਤਾਂ ਹੁੰਦੀ ਆ ਵਰਬ ਜਿਵੇਂ ਟੇਕ, ਇੱਕ ਹੁੰਦੀ ਆ ਜੀਰੈਂਡ ਵਰਬ। ਜੀਰੈਂਡ ਵਰਬ ਉਹ ਹੁੰਦੀ ਆ ਜਿਹਦੇ ਨਾਲ ING ਲੱਗਾ ਹੋਵੇ, ਲਾਈਕ ਟੇਕਿੰਗ। ਸੋ ਕਈ ਵਾਰੀ ਕਹਿੰਦੇ ਵੀ ਜੀਰੈਂਡ ਵਰਬ ਦੇ ਵੀ ਸਟਾਰਟਿੰਗ 'ਤੇ ਆ ਜਾਂਦੇ। ਹੋਪ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ ਹੋਵੇਗਾ। ਸੋ ਨੈਕਸਟ ਅਸੀਂ ਵੱਧਦੇ ਹਾਂ। ਸੋ ਕਹਿੰਦੇ ਆ ਇਹ ਨਾਈਸ ਵੇ ਟੂ ਥਿੰਕ ਅਬਾਊਟ ਪ੍ਰੈਪੋਜੀਸ਼ਨ। ਕਹਿੰਦੇ ਇੱਕ ਬੜਾ ਵਧੀਆ ਤਰੀਕਾ ਆ ਪ੍ਰੈਪੋਜੀਸ਼ਨ ਨੂੰ ਸੋਚਣ ਦਾ, ਵੀ ਪ੍ਰੈਪੋਜੀਸ਼ਨ ਉਹ ਵਰਡਸ ਹੁੰਦੇ ਨੇ ਜਿਹੜੇ ਸਾਡੀ ਹੈਲਪ ਕਰਦੇ ਨੇ ਸੈਂਟੈਂਸ ਨੂੰ ਗਲੂ ਕਰਨ ਵਿੱਚ ਅਤੇ ਸੈਂਟੈਂਸ ਨੂੰ ਜੁੜਨ ਵਿੱਚ। ਮਤਲਬ ਸੈਂਟੈਂਸ ਵਿੱਚ ਦੋ ਪਾਰਟ ਆ, ਦਾ ਕੈਟ ਸਿਟ ਟਰੀ, ਦਾ ਕੈਟ ਸਿਟ ਟੇਬਲ। ਮੈਂ ਇੱਕ ਤੁਹਾਨੂੰ ਇੱਥੇ ਐਗਜ਼ਾਮਪਲ ਦੇ ਦਿੰਦਾ। ਜਿਵੇਂ ਆਪਾਂ ਐਗਜ਼ਾਮਪਲ ਲਿਖਦੇ ਹਾਂ, ਦਾ ਕੈਟ ਸਿਟ ਡੈਸ਼ ਟੇਬਲ। ਸੋ ਅਸੀਂ ਦੇਖੀਏ ਵੀ ਆਹ ਸੈਂਟੈਂਸ ਇੱਕ ਹੋ ਗਿਆ, ਇਹ ਵਰਡ ਵੱਖਰਾ ਹੈ, ਕੋਈ ਜੁਆਇਨਿੰਗ ਨਹੀਂ ਹੈ ਇਹਦੇ ਵਿੱਚ,
ਪਰ ਜੇ ਅਸੀਂ ਇੱਥੇ ਲੈ ਦਈਏ ਦ ਕੈਟ ਸਿਟ ਔਨ ਟੇਬਲ, ਸੋ ਇਹ ਸਾਡੇ ਸੈਂਟੈਂਸ ਨੂੰ ਜੋੜਤਾ, ਮਤਲਬ ਆਹ ਫਰੇਜ਼ ਤੇ ਇਹਨੂੰ ਜੋੜਤਾ, ਆਹ ਫਰੇਜ਼ ਨੂੰ ਜੋੜਤਾ ਕਿੰਨੇ ਨਾਊਨ ਨੇ। ਨਾਊਨ ਕੀ ਹੈ ਸਾਡਾ ਇੱਥੇ, ਨਾਊਨ ਇੱਥੇ ਹੈ ਸਾਡਾ ਪ੍ਰੈਪੋਜੀਸ਼ਨ। ਸੋ ਪ੍ਰੈਪੋਜੀਸ਼ਨ ਦਾ ਕੰਮ ਇਹੀ ਆ, ਇਹ ਗਲੂ ਕਰਦਾ ਆ ਸੈਂਟੈਂਸ ਨੂੰ ਜੋੜਨ ਵਿੱਚ। ਸੋ ਨੈਕਸਟ ਅਸੀਂ ਪੜ੍ਹਦੇ ਹਾਂ ਇੰਡੀਡ ਸੈਵਰਲ ਆਫ ਦੀ ਮੋਸਟ ਫ੍ਰੀਕੁਐਂਟਲੀ ਯੂਜ਼ਡ ਵਰਡ, ਜਿਹੜੇ ਆਮ ਤੌਰ 'ਤੇ ਜਿਹੜੀਆਂ ਪ੍ਰੈਪੋਜੀਸ਼ਨਸ ਨੇ ਉਹ ਕਿਹੜੀਆਂ ਨੇ, ਸੱਚ ਐਸ ਆਫ, ਟੂ, ਫॉर, ਵਿਦ, ਐਂਡ, ਐਟ, ਆਰ ਪ੍ਰੈਪੋਜੀਸ਼ਨ, ਮਤਲਬ ਇਹ ਇੰਪੋਰਟੈਂਟ ਨੇ ਕੁਝ। ਸੋ ਕਹਿੰਦੇ ਕੰਪਲੀਕੇਟਡ, ਜਦੋਂ ਅਸੀਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਇਹ ਬੜੀਆਂ ਕੰਪਲੀਕੇਟਡ ਲੱਗਦੀਆਂ, ਸਾਨੂੰ ਸਮਝਣ ਵਿੱਚ ਬੜੀ ਔਖਿਆਈ ਹੁੰਦੀ ਆ, ਪਰ ਇਹ ਸਾਡੀ ਲੈਂਗੁਏਜ ਦਾ ਇੱਕ ਕਾਮਨ ਪਾਰਟ ਆ ਅਤੇ ਅਸੀਂ ਇਹਨੂੰ ਯੂਜ਼ ਵੀ ਕਰਦੇ ਹਾਂ, ਪਰ ਸਾਨੂੰ ਪਤਾ ਨਹੀਂ ਆ ਵੀ ਇਹ ਪ੍ਰੈਪੋਜੀਸ਼ਨ ਆ। ਅਸੀਂ ਕਿ ਇਹਨੂੰ ਪ੍ਰੈਪੋਜੀਸ਼ਨ ਦੇ ਬਾਰੇ ਸੋਚਣ ਤੋਂ ਬਿਨਾਂ ਹੀ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਸੋ ਅੱਜ ਅਸੀਂ ਉਹੀ ਚੀਜ਼ ਦੇਖਾਂਗੇ ਵੀ ਪ੍ਰੈਪੋਜੀਸ਼ਨ ਕੀ ਹੁੰਦੀ ਹੈ, ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਇੱਕ ਵੀਡੀਓ ਵਿੱਚ ਮੁਕਾਉਣ ਦੀ। ਸੋ ਨੈਕਸਟ ਹੈ ਰੂਲ ਨੰਬਰ 1। ਸੋ ਇਹਦੇ ਵਿੱਚ ਕੀ ਕਹਿੰਦੇ ਆ, ਦਾ ਫਸਟ ਰੂਲ ਇਜ਼ ਡੈਟ ਟੂ ਮੇਕ ਸੈਂਟੈਂਸਿਸ ਕਲੀਅਰ ਸਪੈਸੀਫਿਕ ਪ੍ਰੈਪੋਜੀਸ਼ਨ ਆਰ ਨੀਡਡ। ਕਹਿੰਦੇ ਕਿਸੇ ਵੀ ਸੈਂਟੈਂਸ ਨੂੰ ਕਲੀਅਰ ਅਤੇ ਸਪੈਸੀਫਿਕ ਬਣਾਉਣ ਵਾਸਤੇ ਸਾਨੂੰ ਸਪੈਸੀਫਿਕ ਕੋਈ ਢੁਕਵੀਂ ਪ੍ਰੈਪੋਜੀਸ਼ਨ ਨੂੰ ਯੂਜ਼ ਕਰਨਾ ਪੈਂਦਾ ਕਿਸੇ ਵੀ ਸੈਂਟੈਂਸ ਦਾ। ਜੇ ਅਸੀਂ ਮੀਨਿੰਗ ਵਧੀਆ ਚਾਹੁੰਦੇ ਹਾਂ ਵੀ ਸਹੀ ਮੀਨਿੰਗ ਆਵੇ, ਉਹਦੇ ਲਈ ਸਾਨੂੰ ਪ੍ਰੈਪੋਜੀਸ਼ਨ ਕਰੈਕਟ ਯੂਜ਼ ਕਰਨੀ ਪੈਂਦੀ ਆ। ਜਿਵੇਂ ਕਿ ਐਗਜ਼ਾਮਪਲ ਅਸੀਂ ਲੈਂਦੇ ਹਾਂ ਇੱਕ, ਦਾ ਪ੍ਰੈਪੋਜੀਸ਼ਨ ਇਨ ਮੀਨਸ ਵਨ ਥਿੰਗ। ਇਨ ਦਾ ਮੀਨ ਕੁਝ ਹੋ ਰਿਹਾ, ਪਰ ਜਦੋਂ ਅਸੀਂ ਪ੍ਰੈਪੋਜੀਸ਼ਨ ਉਹਦੀ ਜਗ੍ਹਾ 'ਤੇ ਔਨ ਕਰ ਲਾਂਗੇ ਉਹਦਾ ਮੀਨਿੰਗ ਹੋਰ ਨਿਕਲ ਜਾਏਗਾ। ਸੋ ਅਸੀਂ ਇਨ ਦੀ ਜਗ੍ਹਾ 'ਤੇ ਔਨ ਨੂੰ ਸਬਸਟੀਟਿਊਟ ਨਹੀਂ ਕਰ ਸਕਦੇ, ਯਾਨੀ ਕਿ ਅਸੀਂ ਇਨ ਦੀ ਜਗ੍ਹਾ 'ਤੇ ਔਨ ਨੂੰ ਨਹੀਂ ਵਰਤ ਸਕਦੇ। ਸੋ ਕਹਿੰਦੇ ਸਮ ਪ੍ਰੈਪੋਜੀਸ਼ਨਸ ਆਰ ਇੰਟਰਚੇਂਜੇਬਲ, ਕੁਝ ਪ੍ਰੈਪੋਜੀਸ਼ਨਸ ਹੁੰਦੀਆਂ ਨੇ ਇੰਟਰਚੇਂਜ ਉਹਨਾਂ ਨੂੰ ਕਰ ਸਕਦੇ ਹਾਂ ਅਸੀਂ, ਇੱਕ ਦੀ ਜਗ੍ਹਾ 'ਤੇ ਦੂਸਰੇ ਨੂੰ ਵਰਤ ਸਕਦੇ ਹਾਂ, ਪਰ ਹਮੇਸ਼ਾ ਇਹ ਚੀਜ਼ ਪੋਸੀਬਲ ਨਹੀਂ ਆ। ਸੋ ਕਰੈਕਟ ਪ੍ਰੈਪੋਜੀਸ਼ਨ ਮੀਨਸ ਵਨ ਪਾਰਟੀਕੂਲਰ ਥਿੰਗ ਐਂਡ ਯੂਜ਼ਿੰਗ ਐਂਡ ਡਿਫਰੈਂਟ ਪ੍ਰੈਪੋਜੀਸ਼ਨ ਵਿਲ ਗਿਵ ਦਾ ਸੈਂਟੈਂਸ ਵੈਰੀ ਡਿਫਰੈਂਟ ਮੀਨਿੰਗ। ਕਹਿੰਦੇ ਜਦੋਂ ਅਸੀਂ ਇੱਕ ਕਰੈਕਟ ਪ੍ਰੈਪੋਜੀਸ਼ਨ ਚੂਜ਼ ਕਰਦੇ ਹਾਂ ਉਹਦਾ ਮੀਨਿੰਗ ਕੁਝ ਹੋਰ ਨਿਕਲਦਾ ਹੈ, ਪਰ ਅਸੀਂ ਜਦੋਂ ਕੋਈ ਉਹਦੀ ਜਗ੍ਹਾ 'ਤੇ ਹੋਰ ਪ੍ਰੈਪੋਜੀਸ਼ਨ ਯੂਜ਼ ਕਰਾਂਗੇ ਉਹਦਾ ਮੀਨਿੰਗ ਬਿਲਕੁਲ ਡਿਫਰੈਂਟ ਹੋਏਗਾ। ਸੋ ਜਿਹਦੇ ਤੋਂ ਸਾਨੂੰ ਹਮੇਸ਼ਾ ਕਨਫਿਊਜ਼ਨ ਹੀ ਹੋਏਗੀ। ਸੋ ਅਸੀਂ ਐਗਜ਼ਾਮਪਲ ਦੇਖਦੇ ਹਾਂ, ਇੱਕ ਐਗਜ਼ਾਮਪਲ ਹੈ ਆਈ ਵਾਂਟ ਟੂ ਸੀ ਯੂ ਇਨ ਦਾ ਹਾਊਸ ਨਾਓ। ਜਿਵੇਂ ਮੈਂ ਕਹਿ ਰਿਹਾ ਹਾਂ ਵੀ ਮੈਂ ਤੁਹਾਨੂੰ ਘਰ ਦੇ ਅੰਦਰ ਦੇਖਣਾ ਚਾਹੁੰਦਾ ਹਾਂ। ਸੋ ਇਹਦੇ ਵਿੱਚ ਸਾਡੀ ਪ੍ਰੈਪੋਜੀਸ਼ਨ ਇਨ ਲੱਗੀ ਹੋਈ ਆ। ਸੋ ਇਹਦਾ ਮੀਨ ਆ ਸਮਥਿੰਗ ਵੈਰੀ ਡਿਫਰੈਂਟ ਫਰੋਮ, ਮਤਲਬ ਇਹਦਾ ਮੀਨਿੰਗ ਜੋ ਅਸੀਂ ਦੂਸਰਾ ਸੈਂਟੈਂਸ ਵੀ ਇੱਕ ਵਾਰੀ ਵੇਖ ਲਈਏ, ਆਈ ਵਾਂਟ ਟੂ ਸੀ ਯੂ ਔਨ ਦਾ ਹਾਊਸ ਨਾਓ, ਉਹਦੇ ਵਿੱਚ ਸੀ ਇਨ ਪ੍ਰੈਪੋਜੀਸ਼ਨ ਇਹਦੇ ਵਿੱਚ ਆ ਔਨ। ਮੈਂ ਉੱਥੇ ਕਹਿ ਰਿਹਾ ਮੈਂ ਤੈਨੂੰ ਘਰ ਦੇ ਅੰਦਰ ਦੇਖਣਾ ਚਾਹੁੰਦਾ, ਹੁਣ ਇੱਥੇ ਮੈਂ ਕਹਿ ਰਿਹਾ ਮੈਂ ਤੈਨੂੰ ਘਰ ਦੇ ਉੱਪਰ ਦੇਖਣਾ ਚਾਹੁੰਦਾ ਹੁਣੇ ਹੀ। ਸੋ ਇੱਥੇ ਆਈ ਵਾਂਟ ਟੂ ਸੀ ਯੂ ਔਨ ਦਾ ਹਾਊਸ ਨਾਓ, ਇਨ ਦਾ ਹਾਊਸ ਮੀਨਸ ਹੀ ਔਰ ਸ਼ੀ ਸ਼ੁੱਡ ਗੋ ਥਰੂ ਦਾ ਡੋਰ, ਵਾਕ ਇਨਸਾਈਡ ਐਂਡ ਸਟੈਂਡ ਇਨ ਦਾ ਹਾਲ ਔਰ ਲਿਵਿੰਗ ਰੂਮ। ਇਹਦਾ ਮਤਲਬ ਇਹ ਆ ਜਦੋਂ ਅਸੀਂ ਇਨ ਯੂਜ਼ ਕਰਦੇ ਹਾਂ ਅਸੀਂ ਬਾਊਂਡਰੀ ਦੀ ਗੱਲ ਕਰਦੇ ਹਾਂ ਵੀ ਤੂੰ ਘਰ ਦੇ ਅੰਦਰ ਜਾ ਅਤੇ ਉੱਥੇ ਖੜਾ ਹੋ। ਇਹਦਾ ਮਤਲਬ ਇਨ ਦਾ ਮਤਲਬ ਹੈ ਬਾਊਂਡਰੀ। ਜਦੋਂ ਅਸੀਂ ਬਾਊਂਡਰੀ ਦੀ ਗੱਲ ਕਰਨੀ ਆ ਉਦੋਂ ਅਸੀਂ ਇਨ ਲਾਉਂਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਵੀ ਤੂੰ ਆਪਣੇ ਘਰ ਦੇ ਵਿੱਚ ਜਾ ਹੁਣੇ। ਪਰ ਜਦੋਂ ਅਸੀਂ ਔਨ ਲਾਉਂਦੇ ਹਾਂ, ਔਨ ਦਾ ਹਾਊਸ ਮੀਨਸ ਕੋਈ ਵੀ ਹੀ ਜਾਂ ਸ਼ੀ ਵੁੱਡ ਨੀਡ ਟੂ ਗੈਟ ਏ ਲੈਡਰ ਐਂਡ ਕਲਿੰਬ ਟੂ ਦਾ ਰੂਫ। ਮਤਲਬ ਜਦੋਂ ਅਸੀਂ ਔਨ ਦੀ ਮਤਲਬ ਕਹਿੰਦੇ ਹਾਂ ਵੀ ਤੂੰ ਪੌੜੀ ਲੈ ਅਤੇ ਕੋਠੇ 'ਤੇ ਚੜ੍ਹ, ਛੱਤ 'ਤੇ ਜਾ, ਆਪਣੇ ਘਰ ਦੀ ਛੱਤ 'ਤੇ ਜਾ, ਇਹਦਾ ਮਤਲਬ ਇਹ ਆ। ਸੋ ਵੇਖੋ ਇਹਦੇ ਵਿੱਚ ਕਿੰਨਾ ਡਿਫਰੈਂਸ ਆ ਗਿਆ ਸਿਰਫ ਇੱਕ ਛੋਟੇ ਜਿਹੇ ਵਰਡ ਨੂੰ ਬਦਲਣ ਦੇ ਨਾਲ। ਸੋ ਪ੍ਰੈਪੋਜੀਸ਼ਨ ਇੱਥੋਂ ਹੀ ਅਸੀਂ ਸੋਚ ਸਕਦੇ ਹਾਂ ਵੀ ਪ੍ਰੈਪੋਜੀਸ਼ਨ ਬਦਲਣ ਦੇ ਨਾਲ ਕਿੰਨਾ ਸੈਂਟੈਂਸ ਦੇ ਵਿੱਚ ਡਿਫਰੈਂਸ ਆ ਜਾਂਦਾ। ਸੋ ਕਰੈਕਟਲੀ ਪ੍ਰੈਪੋਜੀਸ਼ਨ ਨੂੰ ਚੂਜ਼ ਕਰਨਾ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਹੁਣ ਅਸੀਂ ਦੇਖਦੇ ਹਾਂ ਸੈਕਿੰਡ ਰੂਲ। ਸੈਕਿੰਡ ਰੂਲ ਵਿੱਚ ਕੀ ਹੁੰਦਾ, ਦਾ ਸੈਕਿੰਡ ਰੂਲ ਫॉर ਯੂਜ਼ਿੰਗ ਪ੍ਰੈਪੋਜੀਸ਼ਨ ਇਜ਼ ਦੈਟ ਪ੍ਰੈਪੋਜੀਸ਼ਨਸ ਆਰ ਜਨਰਲੀ ਫੋਲੋਡ ਬਾਏ ਨਾਊਨ ਔਰ ਪ੍ਰੋਨਾਊਨ। ਕਹਿੰਦੇ ਪ੍ਰੈਪੋਜੀਸ਼ਨ ਦਾ ਦੂਜਾ ਰੂਲ ਕਹਿੰਦਾ ਆ ਵੀ ਜਨਰਲੀ ਜੇ ਅਸੀਂ ਆਮ ਤੌਰ 'ਤੇ ਗੱਲ ਕਰੀਏ ਕਿ ਜਿਹੜੀ ਵੀ ਪ੍ਰੈਪੋਜੀਸ਼ਨ ਹੁੰਦੀ ਹੈ ਇਸ ਤੋਂ ਬਾਅਦ ਨਾਊਨ ਜਾਂ ਪ੍ਰੋਨਾਊਨ ਆਉਂਦਾ ਆ। ਪਰ ਦੇਅਰ ਵਾਸ ਏ ਟਾਈਮ, ਕਹਿੰਦੇ ਇੱਕ ਟਾਈਮ ਹੁੰਦਾ ਸੀ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਟੀਚਰ ਹਮੇਸ਼ਾ ਇੱਕ ਚੀਜ਼ 'ਤੇ ਸਟ੍ਰਿਕਟ ਹੋ ਜਾਂਦੇ ਸੀ ਇਹ ਰੂਲ ਦੇ ਵਿੱਚ ਕਿ ਬਟ ਇਟ ਵਾਸ ਮੇਡ ਫॉर ਸਮ ਚਲੰਕੀ ਸੈਂਟੈਂਸਿਸ। ਪਰ ਉਹ ਇੱਕ ਰੂਲ 'ਤੇ ਆਉਂਦੇ ਉਹ ਹੋ ਜਾਂਦੇ ਸੀ ਵੀ ਜਿਵੇਂ ਇੱਕ ਸੈਂਟੈਂਸ ਆ
ਆਈ ਐਮ ਸੀਕਿੰਗ ਸਮਵਨ ਆਈ ਕੈਨ ਡਿਪੈਂਡ ਔਨ, ਕਹਿੰਦੇ ਮੈਂ ਇੱਕ ਜਾਣੇ ਨੂੰ ਲੱਭ ਰਿਹਾ ਜਿਹਦੇ ਤੇ ਮੈਂ ਡਿਪੈਂਡ ਕਰ ਸਕਾਂ, ਜਿਹਦੇ ਤੇ ਮੈਂ ਨਿਰਭਰ ਹੋਵਾਂ। ਸੋ ਕਹਿੰਦੇ ਇਹ ਸੈਂਟੈਂਸ ਹੈ ਜਿਹੜਾ ਪ੍ਰੈਪੋਜੀਸ਼ਨ ਔਨ ਦੇ ਨਾਲ ਐਂਡ ਹੋ ਰਿਹਾ, ਜਿੱਦਾਂ ਡਿਪੈਂਡ ਔਨ। ਕਹਿੰਦੇ ਸੋ ਪੀਪਲ ਹੂ ਇਨਸਿਸਟਡ ਡੈਟ ਸੈਂਟੈਂਸਿਸ ਸ਼ੁਡਨਟ ਐਂਡ ਵਿਦ ਏ ਪ੍ਰੈਪੋਜੀਸ਼ਨ ਵੁੱਡ ਬੀ ਫੋਰਸ ਟੂ ਯੂਜ਼ ਕਨਵੋਲਟਡ ਐਂਡ ਅਨਨੈਚੁਰਲ ਫਰੇਜ਼ਿੰਗ। ਸੋ ਕਹਿੰਦੇ ਆ ਜਦੋਂ ਔਨ ਕਦੇ ਵੀ ਅਸੀਂ ਜਾਂ ਪ੍ਰੈਪੋਜੀਸ਼ਨ ਦੀ ਗੱਲ ਕਰੀਏ ਕਦੇ ਵੀ ਲਾਸਟ 'ਤੇ ਨਹੀਂ ਆਉਂਦੀ। ਸੋ ਇਹਦੀ ਜਗ੍ਹਾ 'ਤੇ ਅਸੀਂ ਕਿਹੜਾ ਸੈਂਟੈਂਸ ਵਰਤ ਸਕਦੇ ਹਾਂ, ਸਮਵਨ ਆਈ ਕੈਨ ਡਿਪੈਂਡ ਔਨ, someone I can depend on is whom I am seeking। ਸੋ ਇਸ ਤਰ੍ਹਾਂ ਇਹ ਸੈਂਟੈਂਸ ਨੂੰ ਅਸੀਂ ਵਰਤ ਸਕਦੇ ਹਾਂ। ਸੋ ਇਹ ਸਾਡਾ ਸੈਕਿੰਡ ਰੂਲ ਸੀ। ਫਸਟ ਰੂਲ ਅਸੀਂ ਕਰ ਲਿਆ। ਫਸਟ ਰੂਲ ਸਾਡਾ ਕਹਿੰਦਾ ਹੈ ਵੀ ਅਸੀਂ ਇਹਨਾਂ ਨੂੰ ਇੰਟਰਚੇਂਜੇਬਲ ਨਹੀਂ ਕਰ ਸਕਦੇ ਕਿਉਂਕਿ ਉਹਦੇ ਨਾਲ ਮੀਨਿੰਗ ਚੇਂਜ ਹੋ ਜਾਂਦਾ, ਕੁਝ ਕੇਸਿਸ ਦੇ ਵਿੱਚ ਹੋ ਸਕਦਾ ਪਰ ਆਲਵੇਜ਼ ਨਹੀਂ ਹੋ ਸਕਦਾ। ਦੂਜਾ ਰੂਲ ਸਾਡਾ ਕਹਿੰਦਾ ਆ ਵੀ ਪ੍ਰੈਪੋਜੀਸ਼ਨ ਜਨਰਲੀ ਜਿਹੜੀ ਆ ਨਾਊਨ ਅਤੇ ਪ੍ਰੋਨਾਊਨ ਦੇ ਦੁਆਰਾ ਫੋਲੋ ਕੀਤੀ ਜਾਂਦੀ ਆ। ਸੋ ਹੁਣ ਦੇਖਦੇ ਹਾਂ ਟਾਈਪਸ ਆਫ ਪ੍ਰੈਪੋਜੀਸ਼ਨ। ਪ੍ਰੈਪੋਜੀਸ਼ਨ ਸਾਡੇ ਕੋਲ 3 ਤਰ੍ਹਾਂ ਦੀ ਹੁੰਦੀ ਆ। ਕਿਹੜੀ? ਟਾਈਮ ਪ੍ਰੈਪੋਜੀਸ਼ਨ, ਪਲੇਸ ਪ੍ਰੈਪੋਜੀਸ਼ਨ ਅਤੇ ਡਾਇਰੈਕਸ਼ਨ ਪ੍ਰੈਪੋਜੀਸ਼ਨ। ਹੁਣ ਅਸੀਂ 1 ਬਾਏ 1 ਇਹਨਾਂ ਨੂੰ ਡਿਸਕਸ ਕਰਦੇ ਹਾਂ। ਟਾਈਮ ਪ੍ਰੈਪੋਜੀਸ਼ਨ ਕੀ ਹੁੰਦੀ ਆ, ਸੋ ਫਿਰ ਵੇਖਾਂਗੇ ਪਲੇਸ ਅਤੇ ਫਿਰ ਡਾਇਰੈਕਸ਼ਨ ਪ੍ਰੈਪੋਜੀਸ਼ਨ ਬਾਰੇ। ਸੋ ਟਾਈਮ ਪ੍ਰੈਪੋਜੀਸ਼ਨ ਬਾਰੇ ਪਹਿਲਾਂ ਪੜ੍ਹਦੇ ਹਾਂ। ਕਹਿੰਦੇ ਟਾਈਮ ਪ੍ਰੈਪੋਜੀਸ਼ਨ ਆਰ ਦੋਜ਼ ਸੱਚ ਐਸ ਬਿਫੋਰ, ਆਫਟਰ, ਡਿਊਰਿੰਗ, ਅੰਟਿਲ। ਇਹ ਕੁਝ ਟਾਈਪਸ ਦਿੱਤੀਆਂ ਨੇ ਟਾਈਮ ਪ੍ਰੈਪੋਜੀਸ਼ਨ ਕਿਹੜੀਆਂ ਹੁੰਦੀਆਂ ਨੇ, ਬਿਫੋਰ, ਆਫਟਰ, ਡਿਊਰਿੰਗ ਅਤੇ ਅੰਟਿਲ। ਇਹ ਪ੍ਰੈਪੋਜੀਸ਼ਨ ਹੁੰਦੀਆਂ ਨੇ ਟਾਈਮ ਪ੍ਰੈਪੋਜੀਸ਼ਨ। ਅਤੇ ਅਸੀਂ ਪਲੇਸ ਪ੍ਰੈਪੋਜੀਸ਼ਨ ਆਰ ਕਹਿੰਦੀ ਕਿਹੜੀਆਂ ਹੁੰਦੀਆਂ ਨੇ, ਪਲੇਸ ਪ੍ਰੈਪੋਜੀਸ਼ਨਸ ਹੁੰਦੀਆਂ ਨੇ ਜਿਹੜੀਆਂ ਪੋਜੀਸ਼ਨ ਨੂੰ ਇੰਡੀਕੇਟ ਕਰਨ, ਕਿਵੇਂ? ਜਿਵੇਂ ਕਿ ਅਰਾਊਂਡ, ਬਟਵੀਨ ਜਾਂ ਅਗੇਂਸਟ। ਇਹ ਕਿਹੜੀਆਂ ਨੇ? ਇਹ ਪਲੇਸ ਪ੍ਰੈਪੋਜੀਸ਼ਨ। ਸੋ ਸਾਡੇ ਕੋਲ ਅੱਗੇ ਹੈ ਡਾਇਰੈਕਸ਼ਨ ਪ੍ਰੈਪੋਜੀਸ਼ਨ। ਸੋ ਡਾਇਰੈਕਸ਼ਨ ਪ੍ਰੈਪੋਜੀਸ਼ਨਸ ਆਰ ਦੋਸ ਜਿਹੜੀਆਂ ਇੰਡੀਕੇਟ ਕਰਨ ਡਾਇਰੈਕਸ਼ਨ ਨੂੰ, ਜਿਹੜੇ ਕਿਸੇ ਡਾਇਰੈਕਸ਼ਨ ਬਾਰੇ ਦੱਸਣ, ਜਿਵੇਂ ਅਕਰੋਸ, ਅਪ, ਡਾਊਨ। ਸੋ ਇਹ ਕੁਝ ਸਾਡੀਆਂ ਐਗਜ਼ਾਮਪਲ ਸੀਗੀਆਂ, ਸਾਰਿਆਂ ਦੀਆਂ ਅਸੀਂ ਤਿੰਨਾਂ ਦੀਆਂ ਵੇਖ ਲਈਆਂ। ਸੋ ਹੁਣ ਅਸੀਂ ਇਹਨਾਂ ਨੂੰ ਥੋੜ੍ਹਾ ਡਿਟੇਲ ਵਿੱਚ ਦੇਖਾਂਗੇ, ਸਾਰਿਆਂ ਦੀਆਂ ਇੱਕ ਇੱਕ ਦੀ ਗੱਲ ਕਰਾਂਗੇ, ਕਿੱਥੇ ਕਿਹੜੇ ਯੂਜ਼ਸ ਵੀ ਵੇਖਾਂਗੇ, ਕੁਝ ਸੈਂਟੈਂਸਿਸ ਦੇਖਾਂਗੇ ਇਹਨਾਂ ਦੇ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਪ੍ਰੈਪੋਜੀਸ਼ਨਸ ਆਫ ਟਾਈਮ। ਸੋ ਟਾਈਮ ਦੀਆਂ ਕਿਹੜੀਆਂ ਪ੍ਰੈਪੋਜੀਸ਼ਨਸ ਨੇ ਉਹ ਅਸੀਂ ਡਿਸਕਸ ਕਰਦੇ ਹਾਂ। ਸੋ ਇਹਦੀਆਂ ਕੁਝ ਜਿਹੜੀਆਂ ਬੇਸਿਕ ਪ੍ਰੈਪੋਜੀਸ਼ਨਸ ਨੇ ਉਹ ਹੈ ਐਟ, ਔਨ, ਇਨ, ਬਿਫੋਰ ਐਂਡ ਆਫਟਰ। ਇਹ ਮੇਨ ਤੌਰ 'ਤੇ ਹੈ ਅਤੇ ਕੁਐਸਚਨ ਵੀ ਇਹਨਾਂ ਤੋਂ ਹੀ ਬਣਦੇ ਆ ਸਾਡੇ ਐਗਜ਼ਾਮ ਦੇ ਵਿੱਚ। ਕਿਹੜੀਆਂ? ਐਟ, ਔਨ, ਇਨ, ਬਿਫੋਰ ਐਂਡ ਆਫਟਰ। ਕਿਉਂਕਿ ਜਿਹੜੀ ਚੀਜ਼ 'ਤੇ ਡਾਊਟ ਨਿਕਲੇਗਾ ਨਾ ਤੁਹਾਨੂੰ ਵੀ ਐਨ ਆਏਗਾ ਕਿ ਇਨ ਆਏਗਾ, ਔਨ ਆਏਗਾ ਕਿ ਇਨ ਆਏਗਾ, ਜਦੋਂ ਵੀ ਇੱਦਾਂ ਦਾ ਡਾਊਟ ਉੱਠਦਾ ਕੁਐਸਚਨ ਉੱਥੋਂ ਹੀ ਬਣਦਾ ਹੈ। ਕਿਉਂਕਿ ਐਗਜ਼ਾਮੀਨਰ ਨੂੰ ਵੀ ਪਤਾ ਹੈ ਵੀ ਬੱਚੇ ਨੂੰ ਡਾਊਟ ਕਿੱਥੇ ਆ ਸਕਦਾ ਹੈ। ਸੋ ਹੁਣ ਇਸ ਨੂੰ ਧਿਆਨ ਨਾਲ ਅਸੀਂ ਵੇਖਣਾ, ਤੁਸੀਂ ਵੀ ਕੰਨ ਖੋਲ੍ਹ ਕੇ ਧਿਆਨ ਨਾਲ ਨੋਟਬੁੱਕ ਲਾਗੇ ਰਹਿ ਕੇ ਧਿਆਨ ਨਾਲ ਅਸੀਂ ਸਭ ਕੁਝ ਨਾਲ ਨੋਟ ਕਰਦੇ ਜਾਣਾ। ਸੋ ਦੇ ਆਰ ਯੂਜ਼ਡ ਟੂ ਹੈਲਪ ਇੰਡੀਕੇਟ ਵੈਨ ਸਮਥਿੰਗ ਹੈਪਨਸ ਔਰ ਵਿਲ ਹੈਪਨ। ਸੋ ਕਹਿੰਦੇ ਇਹ ਉਦੋਂ ਯੂਜ਼ ਕੀਤੀਆਂ ਜਾਂਦੀਆਂ ਜਦੋਂ ਅਸੀਂ ਇੰਡੀਕੇਟ ਕਰਨਾ ਹੋਵੇ ਵੀ ਕੋਈ ਚੀਜ਼ ਕਦੋਂ ਹੋਈ ਆ ਜਾਂ ਕਦੋਂ ਹੋਵੇਗੀ ਅਤੇ ਕਦੋਂ ਹੋ ਰਹੀ ਆ। ਜਦੋਂ ਇੱਦਾਂ ਦੀ ਚੀਜ਼ ਇੰਡੀਕੇਟ ਕਰਨੀ ਹੋਵੇ ਉਦੋਂ ਅਸੀਂ ਟਾਈਮ ਆਫ ਪ੍ਰੈਪੋਜੀਸ਼ਨ ਐਟ, ਔਨ, ਇਨ, ਬਿਫੋਰ, ਆਫਟਰ ਯੂਜ਼ ਕਰਦੇ ਹਾਂ। ਸੋ ਕਹਿੰਦੇ ਇਹ ਕਈ ਵਾਰੀ ਕਨਫਿਊਜ਼ਿੰਗ ਹੋ ਜਾਂਦੀ ਹੈ ਜਦੋਂ ਅਸੀਂ ਇਹਨਾਂ ਨੂੰ ਗਲਤ ਯੂਜ਼ ਕਰ ਲੈਂਦੇ ਹਾਂ। ਐਸ ਮੈਨੀ ਡਿਫਰੈਂਟ ਪ੍ਰੈਪੋਜੀਸ਼ਨ ਕੈਨ ਬੀ ਯੂਜ਼। ਸੋ ਅਸੀਂ ਡਾਊਟਫੁਲ ਜਾਂ ਕਨਫਿਊਜ਼ਡ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਲੱਗਦਾ ਇੱਥੇ ਆਹ ਪ੍ਰੈਪੋਜੀਸ਼ਨ ਵੀ ਆ ਸਕਦੀ ਆ ਅਤੇ ਅਸੀਂ ਕਈ ਪ੍ਰੈਪੋਜੀਸ਼ਨਸ ਪੜ੍ਹੀਆਂ ਹੁੰਦੀਆਂ ਨੇ। ਸੋ ਕਰਕੇ ਤਾਂ ਕਰਕੇ ਸਾਨੂੰ ਥੋੜ੍ਹੇ ਬਹੁਤੇ ਡਾਊਟ ਉੱਠਦੇ। ਸੋ ਅਸੀਂ ਉਹ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰਨੀ ਆ। ਸੋ ਪ੍ਰੈਪੋਜੀਸ਼ਨਸ ਆਫ ਟਾਈਮ ਐਗਜ਼ਾਮਪਲਸ ਇਨ ਦਾ ਫੋਲੋਇੰਗ ਸੈਂਟੈਂਸਿਸ ਆਰ ਇਨ ਬੋਲਡ ਫॉर ਈਜ਼ੀ ਆਇਡੈਂਟੀਫਿਕੇਸ਼ਨ। ਸੋ ਕਹਿੰਦੇ ਆ ਕੁਝ ਐਗਜ਼ਾਮਪਲਸ ਅਸੀਂ ਥੱਲੇ ਲਿਖੀਆਂ ਨੇ। ਸੋ ਜਿਹੜੇ ਵੀ ਆ ਇੱਥੇ ਬੋਲਡ ਆ ਥੋੜ੍ਹੀਆਂ ਡਾਰਕ ਕੀਤੀਆਂ ਨੇ ਉਹ ਸਾਡੀਆਂ ਸਾਰੀਆਂ ਪ੍ਰੈਪੋਜੀਸ਼ਨਸ ਨੇ। ਸੋ ਐਗਜ਼ਾਮਪਲ ਪਹਿਲੀ ਹੈ ਆਈ ਵਾਸ ਬੋਰਨ ਔਨ ਜੁਲਾਈ 20th 1995। ਸੋ ਸੈਕਿੰਡ ਐਗਜ਼ਾਮਪਲ ਹੈ ਵੀ ਆਈ ਵਾਸ ਬੋਰਨ ਇਨ 1995। ਸੋ ਥਰਡ ਹੈ I was born at exactly 2 AM. So I was born 2 minutes before my twin brother. I was born after the Great War ended. So ਇੱਥੇ ਕੋਈ ਵੀ ਆਮ ਸਟੂਡੈਂਟ ਹੋਏਗਾ ਉਹ ਡਾਊਟਫੁਲ ਜ਼ਰੂਰ ਹੋਏਗਾ ਵੀ ਇੱਥੇ ਜੇ ਮੈਂ ਔਨ ਦੀ ਜਗ੍ਹਾ 'ਤੇ ਇਨ ਵਰਤ ਲਾਂ, ਇਨ ਦੀ ਜਗ੍ਹਾ 'ਤੇ ਐਟ ਵੀ ਵਰਤ ਸਕਦਾ ਹੈ, ਮੈਨੂੰ ਤਾਂ ਇਹ ਵੀ ਸਹੀ ਲੱਗਦਾ। ਪਰ ਇਹ ਡਾਊਟ ਉੱਠਣੇ ਲਾਜ਼ਮੀ ਆ, ਮਤਲਬ ਡਾਊਟ ਉੱਠਣੇ ਨੈਚੁਰਲ ਆ, ਉੱਠ ਸਕਦੇ, ਸਾਰਿਆਂ ਨੂੰ ਉੱਠਦੇ ਨੇ। ਪਰ ਇਹਦੇ ਵਿੱਚ ਜਦੋਂ ਹੁਣ ਅਸੀਂ ਅਗਲੀ ਸਲਾਈਡ ਵਿੱਚ ਇਹਨਾਂ ਨੂੰ 1 ਬਾਏ 1 ਡਿਸਕਸ ਕਰਾਂਗੇ ਫਿਰ ਸਾਰੇ ਡਾਊਟ ਸਾਡੇ ਸ਼ੂ ਮੰਤਰ ਹੋ ਜਾਣਗੇ। ਸੋ ਇਹਦੇ ਵਿੱਚ ਦੇਖੋ ਪਹਿਲੇ ਦਾ ਮਤਲਬ ਹੈ ਸੋ ਨਹੀਂ ਇੱਥੇ ਨਹੀਂ ਅਸੀਂ ਡਿਸਕਸ ਕਰਦੇ, ਅਸੀਂ ਅਗਲੀ ਸਲਾਈਡ ਜਦੋਂ ਦੇਖਾਂਗੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਡਿਸਕਸ ਕਰਾਂਗੇ।
ਸੋ ਸਾਡੇ ਕੋਲ ਸਭ ਤੋਂ ਪਹਿਲਾਂ ਪ੍ਰੈਪੋਜੀਸ਼ਨ ਅਸੀਂ ਇਨ ਦਾ ਯੂਜ਼ ਦੇਖਦੇ ਹਾਂ, ਇਨ ਨੂੰ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਸੋ ਜਦੋਂ ਵੀ ਅਸੀਂ ਕਿਸੇ ਸਾਲਾਂ ਦੀ ਗੱਲ ਕਰਨੀ ਹੋਵੇ ਜਾਂ ਮਹੀਨਿਆਂ ਦੀ ਗੱਲ ਕਰਨੀ ਹੋਵੇ ਜਾਂ ਸੀਜ਼ਨ ਦੀ ਜਾਂ ਸੈਂਚੁਰੀਜ਼ ਦੀ ਜਾਂ ਟਾਈਮਸ ਆਫ ਡੇ ਦੀ ਗੱਲ ਕਰਨੀ ਹੋਵੇ, ਉਦੋਂ ਅਸੀਂ ਪ੍ਰੈਪੋਜੀਸ਼ਨ ਇਨ ਦੀ ਯੂਜ਼ ਕਰਦੇ ਹਾਂ। ਹੁਣ ਅਸੀਂ ਵੱਖਰੇ ਵੱਖਰੇ ਯੂਜ਼ ਕਰਦੇ ਹਾਂ, ਜਿਵੇਂ ਜਦੋਂ ਅਸੀਂ ਸਾਲ ਦੀ ਗੱਲ ਕਰਨੀ ਆ, ਇੱਕ ਮਤਲਬ ਹੋ ਗਿਆ ਆਈ ਫਸਟ ਮੈਟ ਜੌਨ ਇਨ 1987। ਸੋ ਇੱਥੇ ਇੱਕ ਸਾਲ ਆ ਗਿਆ, ਇੱਥੇ ਅਸੀਂ ਇਨ ਯੂਜ਼ ਕਰਾਂਗੇ, ਨਾ ਕਿ ਔਨ ਨਾ ਕਿ ਐਟ। ਸੋ ਨੈਕਸਟ ਹੈ ਜਨਵਰੀ। ਜਨਵਰੀ ਇੱਕ ਮੰਥ ਆ ਗਿਆ ਨਾ, ਮੰਥ ਦੇ ਨਾਲ ਅਸੀਂ ਆਲਵੇਜ਼ ਇਨ ਯੂਜ਼ ਕਰਨਾ ਜਦੋਂ ਮੰਥ, ਈਅਰ, ਸੀਜ਼ਨ, ਸੈਂਚੁਰੀ ਹੋਵੇ। ਸੋ ਹੁਣ ਇੱਥੇ ਆ ਗਿਆ ਈਸਟਰ ਫਾਲਸ ਇਨ ਸਪਰਿੰਗ, ਮਤਲਬ ਇੱਕ ਸੀਜ਼ਨ ਆ ਗਿਆ। ਸੋ ਜਿੱਥੇ ਵੀ ਸੀਜ਼ਨ ਹੋਏਗਾ ਉੱਥੇ ਵੀ ਇਨ ਆਏਗਾ। ਅਤੇ ਫੋਰਥ ਐਗਜ਼ਾਮਪਲ ਸਾਡੇ ਕੋਲ ਹੈ ਸੈਕਿੰਡ ਵਰਲਡ ਵੋਰ ਅਕਰਡ ਇਨ 20th ਸੈਂਚੁਰੀ। ਸੋ 20th ਸੈਂਚੁਰੀ ਆ ਗਈ, ਸੈਂਚੁਰੀ ਦੇ ਵਿੱਚ ਵੀ ਅਸੀਂ ਇਨ ਯੂਜ਼ ਕਰਨਾ। ਸੋ ਸਾਨੂੰ ਮੇਨ ਚੀਜ਼ ਅਸੀਂ ਫੋਕਸ ਕਰਨਾ ਇੱਥੇ ਈਅਰ, ਮੰਥਸ, ਸੀਜ਼ਨ, ਸੈਂਚੁਰੀਜ਼ ਅਤੇ ਟਾਈਮਸ ਆਫ ਏ ਡੇ, ਜਿੱਥੇ ਵੀ ਆ ਜਾਣ ਉੱਥੇ ਅਸੀਂ ਇਨ ਯੂਜ਼ ਕਰਨੀ ਆ। ਸੋ ਹੋਪ ਤੁਸੀਂ ਨੋਟ ਡਾਊਨ, ਹੁਣ ਤੁਸੀਂ ਪਿਛਲੀ ਐਗਜ਼ਾਮਪਲ ਜਦੋਂ ਤੁਸੀਂ ਦੇਖੋਗੇ ਤਾਂ ਸਾਡੇ ਡਾਊਟ ਕੋਈ ਰਹਿ ਨਹੀਂ ਜਾਣਾ, ਤੁਸੀਂ ਆਪ ਦੱਸੋਗੇ ਵੀ ਇੱਥੇ ਸਹੀ ਹੈ, ਇੱਥੇ ਇੱਦਾਂ ਇਨ ਹੀ ਹੋਣੀ ਆ ਯੂਜ਼। ਸੋ ਅਸੀਂ ਨੈਕਸਟ ਦੇਖਦੇ ਹਾਂ ਔਨ ਕਿੱਥੇ ਯੂਜ਼ ਹੋਣਾ ਹੈ। ਜਿੱਥੇ ਡੇਸ ਦੀ ਗੱਲ ਹੋਵੇ, ਡੇ ਮਤਲਬ ਦਿਨ, ਜਿੱਦਾਂ ਸੰਡੇ, ਮੰਡੇ, ਟਿਊਜ਼ਡੇ। ਡੇਟ ਦੀ ਗੱਲ ਹੋਵੇ 1 2 3 4, ਕਿਹੜੀ ਡੇਟ ਆ। ਸਪੈਸੀਫਿਕ ਹੋਲੀਡੇ ਦੀ ਗੱਲ ਹੋਵੇ, ਹੋਲੀਡੇ ਡੇਜ਼, ਠੀਕ ਆ। ਹੋਲੀਡੇਜ਼ ਦੀ ਗੱਲ ਹੋਵੇ, ਉੱਥੇ ਪ੍ਰੈਪੋਜੀਸ਼ਨ ਔਨ ਯੂਜ਼ ਕਰਨੀ ਹੈ। ਲਾਈਕ ਹੁਣ ਅਸੀਂ ਐਗਜ਼ਾਮਪਲਸ ਦੇਖਦੇ ਹਾਂ, ਜ਼ਿਆਦਾ ਕਲੀਅਰ ਹੋਏਗਾ ਸਾਨੂੰ। ਵੀ ਗੋ ਟੂ ਸਕੂਲ ਔਨ ਮੰਡੇਜ਼, ਮੰਡੇ ਆ ਗਿਆ ਮਤਲਬ ਡੇ ਇੱਥੇ ਔਨ ਆਏਗਾ, ਸੰਡੇ ਦੇ ਨਾਲ ਵੀ ਔਨ ਆਇਆ। ਸੋ ਦਸੰਬਰ 25th। ਹੁਣ ਅਸੀਂ ਵੇਖਾਂਗੇ ਮਹੀਨਾ ਆ, ਮਹੀਨੇ ਦੇ ਨਾਲ ਡੇਟ ਵੀ ਤਾਂ ਆਈ ਹੈ। ਜਦੋਂ ਸਪੈਸੀਫਿਕ ਡੇਟ ਦੀ ਗੱਲ ਹੋਏਗੀ, ਖਾਸ ਕਰਕੇ ਕਿਸੇ ਡੇਟ ਦੀ 25 26 10 12 ਹੈ ਨਾ, ਕੋਈ ਵੀ ਡੇਟ ਦੀ ਗੱਲ ਹੈ, ਉੱਥੇ ਆਉਣ ਆਏਗਾ। ਇੱਥੇ ਇਨ ਨਹੀਂ ਲਾ ਸਕਦੇ। ਜੇ ਇਕੱਲਾ ਦਸੰਬਰ ਹੁੰਦਾ ਦਾ ਕ੍ਰਿਸਮਿਸ ਇਜ਼ ਇਨ ਦਸੰਬਰ, ਜਦੋਂ ਆ ਗਿਆ ਡੇਟ ਨਾਲ ਉਦੋਂ ਅਸੀਂ ਕਹਿੰਦਾ ਕ੍ਰਿਸਮਿਸ ਇਜ਼ ਔਨ ਦਸੰਬਰ 25। ਅਸੀਂ ਐਗਜ਼ੈਕਟ ਡੇਟ ਦੱਸਦੀ ਵੀ ਇੰਨੀ ਤਰੀਕ ਨੂੰ ਆ। ਸੋ ਨੈਕਸਟ ਹੈ ਬਾਏ ਮੀ ਏ ਪ੍ਰੈਜੈਂਟ ਔਨ ਮਾਈ ਬਰਥਡੇ। ਜਦੋਂ ਅਸੀਂ ਸਪੈਸੀਫਿਕ ਬਰਥਡੇ ਦੀ ਗੱਲ ਕਰ ਦਿੱਤੀ, ਬਰਥਡੇ ਉਹਦਾ ਕਿਸੇ ਡੇਟ ਨੂੰ ਹੋਏਗਾ, ਮਤਲਬ ਮੇਰਾ ਜਿੱਦਾਂ 20 ਨੂੰ ਆ ਅਤੇ ਮੈਂ ਕਹੂੰਗਾ ਮੇਰਾ 20th ਨੂੰ ਆ ਬਰਥਡੇ ਅਤੇ ਮੈਨੂੰ ਗਿਫਟ ਚਾਹੀਦਾ। ਸੋ ਅਸੀਂ ਐਗਜ਼ੈਕਟਲੀ ਡੇਟ ਹੀ ਉਹਨੂੰ ਦੱਸ ਦਿੱਤੀ। ਸੋ ਹੋਪ ਇਹ ਵੀ ਚੀਜ਼ ਤੁਹਾਨੂੰ ਸਮਝ ਆ ਗਈ ਹੋਏਗੀ ਵੀ ਇਨ ਅਤੇ ਔਨ ਦੇ ਵਿੱਚ ਡਿਫਰੈਂਸ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਹੁਣ ਅਸੀਂ ਦੇਖਾਂਗੇ ਐਟ। ਐਟ ਦਾ ਯੂਜ਼ ਅਸੀਂ ਕਦੋਂ ਕਰਦੇ ਹਾਂ, ਜਦੋਂ ਅਸੀਂ ਟਾਈਮ ਨੂੰ ਇੰਡੀਕੇਟ ਕਰਨਾ ਹੋਵੇ, ਜਦੋਂ ਅਸੀਂ ਐਕਸੈਪਸ਼ਨ ਨੂੰ ਜਾਂ ਫੈਸਟੀਵਲਸ ਨੂੰ ਇੰਡੀਕੇਟ ਕਰਨਾ ਹੋਵੇ, ਉਦੋਂ ਅਸੀਂ ਐਟ ਨੂੰ ਯੂਜ਼ ਕਰਦੇ ਹਾਂ। ਜਦੋਂ ਅਸੀਂ ਐਗਜ਼ਾਮਪਲਸ ਦੇਖਾਂਗੇ ਫਿਰ ਇਹ ਵੀ ਤੁਹਾਨੂੰ ਕਲੀਅਰ ਹੋ ਜਾਏਗਾ। ਫੈਮਲੀਜ਼ ਆਫਨ ਆਰਗੂ ਐਟ ਕ੍ਰਿਸਮਸ ਟਾਈਮ। ਅਸੀਂ ਕ੍ਰਿਸਮਸ ਟਾਈਮ ਦੀ ਗੱਲ ਕਰ ਦਿੱਤੀ। ਹੁਣ ਇਹਦੇ ਵਿੱਚ ਕੀ ਆਇਆ, ਕ੍ਰਿਸਮਸ ਦਾ ਟਾਈਮ ਆ ਗਿਆ, ਮਤਲਬ ਉਹ ਸਮੇਂ 'ਚ ਫੈਮਲੀਜ਼ ਹਮੇਸ਼ਾ ਆਰਗੂ ਕਰਦੀਆਂ ਨੇ। ਸੋ ਇਹਦੇ ਵਿੱਚ ਨਾ ਡੇਟ ਆਈ ਨਾ ਮੰਥ ਆਇਆ, ਕੁਝ ਨਹੀਂ ਆਇਆ, ਸਿਰਫ ਸਮਾਂ ਆਇਆ, ਟਾਈਮ ਆਇਆ। ਸਾਨੂੰ ਨਹੀਂ ਪਤਾ ਕ੍ਰਿਸਮਸ ਦੀ ਕਿੰਨੀ ਤਰੀਕ ਨੂੰ ਜਾਂ ਦਸੰਬਰ ਦੇ ਵਿੱਚ ਕਿੰਨੀ ਤਰੀਕ ਨੂੰ, ਨਾ ਮਹੀਨੇ ਦਾ ਜ਼ਿਕਰ ਹੋਇਆ ਨਾ ਟਾਈਮ ਦਾ, ਪਰ ਕ੍ਰਿਸਮਸ ਦਾ ਜ਼ਿਕਰ ਹੋਇਆ, ਮਤਲਬ ਇੱਥੇ ਐਟ ਆਏਗਾ। ਆਈ ਵਰਕ ਫਾਸਟਰ ਐਟ ਨਾਈਟ। ਹੁਣ ਇੱਥੇ ਵੀ ਸਮਾਂ ਆ ਗਿਆ, ਨਾਈਟ ਕਿਹੜੇ ਟਾਈਮ, ਨਾਈਟ ਟਾਈਮ। ਸੋ ਫਾਸਟਰ ਐਟ ਨਾਈਟ। ਸੋ ਇੱਥੇ ਵੀ ਇੱਕ ਐਗਜ਼ੈਕਟਲੀ ਡੇਟ ਨਹੀਂ ਸਾਨੂੰ ਪਤਾ ਵੀ ਕਿੰਨੀ ਤਰੀਕ ਨੂੰ, ਨਾ ਐਗਜ਼ੈਕਟਲੀ ਸਾਨੂੰ ਇਹ ਪਤਾ ਵੀ ਰਾਤ ਦੇ ਕਿੰਨੇ ਵਜੇ, ਪਰ ਉਹਨੇ ਕਿਹਾ ਮੈਂ ਨਾਈਟ ਨੂੰ। ਜਦੋਂ ਇੱਦਾਂ ਦਾ ਟਾਈਮ ਹੋਵੇ ਜਿਹਦੇ ਵਿੱਚ ਐਗਜ਼ੈਕਟਲੀ ਸਾਨੂੰ ਕੁਝ ਨਾ ਦੱਸਿਆ ਹੋਵੇ, ਉੱਥੇ ਅਸੀਂ ਐਟ ਯੂਜ਼ ਕਰਦੇ ਹਾਂ। ਹੁਣ ਇਨ ਨਾਈਟ ਨਹੀਂ ਹੋ ਸਕਦਾ, ਇਨ ਅਸੀਂ ਯੂਜ਼ ਕਰਦੇ ਹਾਂ ਤੁਹਾਨੂੰ ਜਿਵੇਂ ਦੱਸਿਆ ਸੀ ਵੀ ਈਅਰਸ ਵਾਸਤੇ, ਮਹੀਨਿਆਂ ਵਾਸਤੇ। ਸੋ ਇੱਕ ਦਿਨ ਦੀ ਗੱਲ ਹੈ, ਇੱਕ ਦਿਨ ਦੇ ਵਿੱਚ ਵੀ ਸਪੈਸੀਫਿਕ ਕੋਈ ਸਾਨੂੰ ਪਤਾ ਨਹੀਂ ਯਾਰ, ਰਾਤ ਦੀ ਗੱਲ ਹੈ, ਰਾਤ ਦੇ ਵਿੱਚ ਕਿਹੜੇ ਟਾਈਮ, ਇਹ ਨਹੀਂ ਪਤਾ। ਹੁਣ ਸਾਨੂੰ ਜਿਵੇਂ ਆ ਗਿਆ ਹਰ ਸ਼ਿਫਟ ਫਿਨਿਸ਼ਡ ਐਟ 7 PM। ਹੁਣ ਐਗਜ਼ੈਕਟਲੀ ਸਾਨੂੰ ਪਤਾ ਲੱਗ ਗਿਆ ਵੀ 7 ਵਜੇ। ਜਦੋਂ ਇੱਦਾਂ ਦੀ ਕੋਈ ਚੀਜ਼ ਹੋਵੇ, ਅਸੀਂ ਇਹ ਥੋੜ੍ਹੀਆਂ ਜਿਹੀਆਂ ਜਿਵੇਂ ਫੋਰ ਟਾਈਮਸ ਇੰਡੀਕੇਟਰ ਫੋਰ ਐਕਸੈਪਸ਼ਨ ਦੀ ਜਦੋਂ ਗੱਲ ਹੋਏਗੀ ਜਾਂ ਫੈਸਟੀਵਲਸ ਦੀ ਗੱਲ ਹੋਏਗੀ ਅਤੇ ਉਦੋਂ ਅਸੀਂ ਯੂਜ਼ ਕਰਦੇ ਹਾਂ ਐਟ। ਸੋ ਨੈਕਸਟ ਸਾਡੇ ਕੋਲ ਹੈ ਬਿਫੋਰ ਐਂਡ ਆਫਟਰ। ਸੋ ਬਿਫੋਰ ਆਫਟਰ ਇਹਦੇ ਸਭ ਤੋਂ ਇਹ ਬਹੁਤ ਆਸਾਨ ਹੈ ਸਾਡੇ ਵਾਸਤੇ ਸਮਝਣੇ, ਕਿਉਂਕਿ ਦੋਵਾਂ ਨੂੰ ਅਸੀਂ ਬੋਥ ਆਰ ਯੂਜ਼ ਟੂ ਐਕਸਪਲੇਨ। ਦੋਵੇਂ ਕਾਹਦੇ ਵਾਸਤੇ ਯੂਜ਼ ਕਰਦੇ ਹਾਂ, ਐਕਸਪਲੇਨ ਕਰਨ ਵਾਸਤੇ। ਸਮਥਿੰਗ ਹੈਪਨਸ ਔਰ ਵਿਲ ਹੈਪਨ, ਇਹ ਚੀਜ਼ ਨੂੰ ਐਕਸਪਲੇਨ ਕਰਨ ਵਾਸਤੇ ਯੂਜ਼ ਕਰਦੇ ਹਾਂ। ਜਦੋਂ ਅਸੀਂ ਐਗਜ਼ਾਮਪਲ ਦੇਖਾਂਗੇ ਇਹ ਵੀ ਚੀਜ਼ ਵੀ ਕਲੀਅਰ ਹੋ ਜਾਏਗੀ। ਬਿਫੋਰ ਆਈ ਡਿਸਕਵਰਡ ਦਿਸ ਬਾਰ ਆਈ ਯੂਜ਼ਡ ਟੂ ਗੋ ਸਟ੍ਰੇਟ ਹੋਮ ਆਫਟਰ ਵਰਕ।
ਕਹਿੰਦੇ ਬਿਫੋਰ ਮੈਂ ਜਦੋਂ ਉਦੋਂ ਮੈਂ ਇਸ ਬਾਰ ਨੂੰ ਡਿਸਕਵਰ ਨਹੀਂ ਸੀ ਕੀਤਾ, ਉਦੋਂ ਮੈਂ ਕੀ ਕਰਦਾ ਸੀ, ਆਈ ਯੂਜ਼ਡ ਟੂ ਮਤਲਬ ਮੈਂ ਜਾਂਦਾ ਹੁੰਦਾ ਸੀ, ਮੈਂ ਸਿੱਧਾ ਹੀ ਘਰ ਜਾਂਦਾ ਹੁੰਦਾ ਸੀ ਕੰਮ ਤੋਂ ਬਾਅਦ। ਬਿਫੋਰ ਮਤਲਬ ਬਿਫੋਰ ਹੁੰਦਾ ਆ ਜੋ ਮੈਂ ਹੁਣ ਕਰਦਾ ਉਹ ਮੈਂ ਉਦੋਂ ਨਹੀਂ ਸੀ ਕਰਦਾ, ਬਿਫੋਰ। ਅਤੇ ਆਫਟਰ ਮਤਲਬ ਬਾਅਦ 'ਚ। ਆਫਟਰ ਵਰਕ ਮਤਲਬ ਸਟੇਟ ਹੋਮ ਆਫਟਰ ਵਰਕ। ਆਫਟਰ ਵਰਕ ਮਤਲਬ ਮੈਂ ਕੰਮ ਕਰਕੇ ਸਿੱਧਾ ਘਰ ਚਲ ਜਾਂਦਾ ਸੀ। ਬਿਫੋਰ ਮਤਲਬ ਪਹਿਲਾਂ। ਵੀ ਵਿਲ ਨਾਟ ਲੀਵ ਮੈਂ ਵੀ ਆਪਾਂ ਉਦੋਂ ਤੱਕ ਨਹੀਂ ਜਾ ਸਕਦੇ, 3 ਵਜੇ ਤੋਂ ਪਹਿਲਾਂ ਨਹੀਂ ਜਾ ਸਕਦੇ। ਬਿਫੋਰ ਹੁੰਦਾ ਪਹਿਲਾਂ, ਆਫਟਰ ਹੁੰਦਾ ਬਾਅਦ 'ਚ। ਸੋ ਇਹ ਚੀਜ਼ ਵੀ ਤੁਹਾਨੂੰ ਜ਼ਰੂਰ ਕਲੀਅਰ ਹੋ ਗਈ ਹੋਏਗੀ, ਕਾਹਦੀ, ਐਟ ਅਤੇ ਬਿਫੋਰ ਆਫਟਰ। ਸੋ ਨੈਕਸਟ ਸਾਡੇ ਕੋਲ ਹੈ, ਸੋ ਹੁਣ ਅਸੀਂ ਇੱਕ ਟੇਬਲ ਦੇਖਦੇ ਹਾਂ, ਇਹਦੇ ਤੋਂ ਅਸੀਂ ਤਿੰਨਾਂ ਦੇ ਵਿੱਚ ਡਿਫਰੈਂਸ ਸਾਨੂੰ ਕਲੀਅਰ ਹੋ ਜਾਏਗਾ। ਐਟ ਦਾ ਯੂਜ਼ ਅਸੀਂ ਕਰਦੇ ਹਾਂ ਟਾਈਮਸ ਆਫ ਏ ਡੇ, ਜਦੋਂ ਇੱਕ ਦਿਨ ਦੇ ਵਿੱਚ ਟਾਈਮ ਦੀ ਗੱਲ ਕਰਨੀ ਹੋਵੇ, ਜਿਵੇਂ 4 ਵਜੇ, 10:30, ਦੁਪਹਿਰੇ, ਰਾਤ ਨੂੰ, ਲੰਚ ਟਾਈਮ, ਡਿਨਰ ਟਾਈਮ, ਕ੍ਰਿਸਮਸ, ਈਸਟਰਨ, ਵੀਕਐਂਡ ਮਤਲਬ ਜਿੱਦਾਂ ਵੀਕਐਂਡ, ਸੰਡੇ ਹੈ ਨਾ, ਜਦੋਂ ਵੀਕਐਂਡ ਦੀ ਗੱਲ ਹੋਵੇ, ਪ੍ਰੈਜੈਂਟ, ਮੂਮੈਂਟ ਅਤੇ ਨਾਈਟ। ਇਸ ਤਰ੍ਹਾਂ ਦੇ ਜਦੋਂ ਹੋਵੇ ਤਾਂ ਐਟ ਦੀ ਗੱਲ ਕਰਦੇ ਹਾਂ। ਅਤੇ ਜਦੋਂ ਇਨ ਦੀ ਹੋਣੀ ਆ ਮਹੀਨਿਆਂ 'ਚ, ਸੀਜ਼ਨ ਦੇ ਵਿੱਚ, ਸਪਰਿੰਗ ਦੇ ਵਿੱਚ, ਜੀਅਰਸ ਦੇ ਵਿੱਚ, ਡਿਕੇਡ, ਸੈਂਚੁਰੀਜ਼, ਪੀਰੀਅਡ, ਪਾਸਟ ਪ੍ਰੈਜੈਂਟ ਪੀਰੀਅਡ ਦੀ ਗੱਲ ਹੋਵੇ, ਮੋਰਨਿੰਗ, ਈਵਨਿੰਗ ਅਤੇ ਈਵਨਿੰਗ ਹੈ ਨਾ, ਇੱਦਾਂ ਦੀ ਚੀਜ਼ ਜਦੋਂ ਹੋਏਗੀ। ਅਤੇ ਹੁਣ ਇਹਦੇ ਵਿੱਚ ਲੰਚ ਟਾਈਮ, ਡਿਨਰ ਟਾਈਮ, ਮਿਡ ਨਾਈਟ ਆ, ਅਤੇ ਇਹਦੇ ਵਿੱਚ ਕੀ ਆ, ਸਵੇਰ, ਸ਼ਾਮ, ਇਹ ਚੀਜ਼ਾਂ ਹੋਣੀਆਂ, ਸ਼ਾਮ ਹੋਏਗੀ। ਸੋ ਇਹਦੇ ਵਿੱਚ ਜਦੋਂ ਅਸੀਂ ਆਉਣ ਦੀ ਗੱਲ ਕਰਨੀ ਉਦੋਂ ਦਿਨਾਂ 'ਤੇ ਆ ਜਾਣਾ। ਟਿਊਸਡੇ ਮੈਂ ਸੈਚਰਡੇ, ਮਾਈ ਬਰਥਡੇ, ਕ੍ਰਿਸਮਸ, ਅਤੇ ਡੇਟ ਦੀ ਗੱਲ ਹੋ ਜਾਏਗੀ। ਠੀਕ ਆ, ਜਦ ਡੇਟ ਵੀ ਦਿਨਾਂ 'ਚ ਹੀ ਆਉਂਦੇ ਆ। ਮੰਡੇ ਮੋਰਨਿੰਗ, ਫਰਾਈਡੇ ਅਸੀਂ ਸਪੈਸੀਫਿਕ ਡੇ ਦੀ ਗੱਲ ਕਰਨੀ ਆ, ਸੋਮਵਾਰ ਦੀ ਸਵੇਰ ਨੂੰ। ਸੋ ਹੋਪ ਇਹ ਚੀਜ਼ ਤਾਂ ਇਹ ਕਾਲ ਤੁਸੀਂ ਦੇਖ ਲਿਓ, ਜੇ ਤੁਸੀਂ ਕਹੋਗੇ ਤੁਹਾਨੂੰ ਮੈਂ PDF ਪ੍ਰੋਵਾਈਡ ਕਰ ਦਾਂਗਾ। ਸੋ ਕਮੈਂਟ ਤੁਸੀਂ ਕਰ ਦਿਓ। ਸੋ PDF ਤੁਹਾਨੂੰ ਇਹ ਚੀਜ਼ PDF ਇਹਨਾਂ ਦੀ ਮਿਲ ਜਾਏਗੀ। ਅਸੀਂ ਕੁਝ ਹੋਰ ਵੇਖ ਲੈਂਦੇ ਹਾਂ ਜਿਨ੍ਹਾਂ 'ਚ ਕੁਐਸਚਨ ਬਣ ਸਕਦੇ ਆ। ਕੁਝ ਪ੍ਰੈਪੋਜੀਸ਼ਨ ਜਿਵੇਂ ਕਿ ਆਫਟਰ ਅਤੇ ਲੇਟਰ। ਸੋ ਯੂਜ਼ ਆਫਟਰ ਫਰੇਜ਼ ਐਂਡ ਯੂਜ਼ ਲੇਟਰ ਅਲੋਨ, ਇਹਨਾਂ ਨੂੰ ਅਸੀਂ ਇਕੱਲੇ ਯੂਜ਼ ਕਰਦੇ ਹਾਂ ਐਟ ਦੀ ਐਂਡ ਆਫ ਏ ਸੈਂਟੈਂਸ ਔਰ ਫਰੇਜ਼। ਸੋ ਜਿਵੇਂ ਕਿ ਆਈ ਕਾਲ ਯੂ ਲੇਟਰ, ਆਈ ਕਾਲ ਯੂ ਲੇਟਰ, ਆਈ ਵਿਲ ਕਾਲ ਯੂ ਲੇਟਰ, ਇਹ ਬਿਲਕੁਲ ਸਹੀ ਸੈਂਟੈਂਸ ਮੈਂ ਤੈਨੂੰ ਬਾਅਦ 'ਚ ਕਾਲ ਕਰਾਂਗਾ। ਆਈ ਕਾਲ ਯੂ ਆਫਟਰ, ਆਫਟਰ ਮਤਲਬ ਆਫਟਰ ਕਦੀ ਵੀ ਲਾਸਟ 'ਤੇ ਨਹੀਂ ਆਉਂਦਾ। ਆਈ ਵਿਲ ਕਾਲ ਯੂ ਆਫਟਰ ਆਈ ਗੈਟ ਹੋਮ ਫਰੋਮ ਵਰਕ। ਸੋ ਮੈਂ ਤੈਨੂੰ ਕਾਲ ਕਰਾਂਗਾ ਘਰ ਜਦੋਂ ਮੈਂ ਘਰ ਪਹੁੰਚ ਗਿਆ, ਜਾਂ ਘਰ ਜਾਣ ਤੋਂ ਬਾਅਦ 'ਚ। ਸੋ ਦੋਵੇਂ ਸੈਂਟੈਂਸ ਠੀਕ ਆ। ਫਸਟ ਹੀ ਬਾਊਟ ਏ ਨਿਊ ਕਾਰ, ਫਸਟ ਹੀ ਬਾਊਟ ਏ ਨਿਊ ਕਾਰ 2 weeks ਲੇਟਰ, ਕਹਿੰਦੇ ਪਹਿਲਾਂ ਉਹਨੇ ਨਵੀਂ ਕਾਰ ਲਈ, ਉਸ ਤੋਂ 2 ਹਫ਼ਤੇ ਬਾਅਦ ਹੀ ਬਾਊਟ ਏ ਨਿਊ ਮੋਟਰਸਾਈਕਲ, ਫਿਰ ਉਹਨੇ ਨਵੀਂ ਮੋਟਰਸਾਈਕਲ ਲੈ ਲਈ। ਸੋ ਲੇਟਰ ਤਾਂ ਅਸੀਂ ਲਾਸਟ ਵਿੱਚ ਯੂਜ਼ ਕਰਦੇ ਹਾਂ, ਪਰ ਉਹ ਪਹਿਲਾਂ ਵੀ ਯੂਜ਼ ਹੋ ਜਾਂਦਾ। ਸੋ ਇਸੇ ਤਰ੍ਹਾਂ ਆਫਟਰ ਅਸੀਂ ਪਹਿਲਾਂ ਬਾਅਦ ਵਿੱਚ ਯੂਜ਼ ਨਹੀਂ ਕਰਦੇ, ਜਦੋਂ ਬਾਅਦ ਵਿੱਚ ਯੂਜ਼ ਕਰਨਾ ਉਹ ਇੱਕ ਨਵੀਂ ਚੀਜ਼ ਐਡ ਹੋਣੀ, ਉਹ ਤੁਹਾਨੂੰ ਦੱਸਦੇ ਹਾਂ। ਸੋ ਹੀ ਬਾਊਟ ਏ ਨਿਊ ਮੋਟਰਸਾਈਕਲ 2 weeks ਆਫਟਰ ਹੀ ਬਾਊਟ ਏ ਕਾਰ। ਸੋ ਇਹਦੇ ਵਿੱਚ ਦੇਖੋ ਦੋਵਾਂ ਸੈਂਟੈਂਸਿਸ ਦੇ ਵਿੱਚ ਕੀ ਡਿਫਰੈਂਸ ਆਇਆ। ਹੀ ਬਾਊਟ ਏ ਨਿਊ ਕਾਰ, ਉਹਨੇ ਨਵੀਂ ਕਾਰ ਲਈ, ਪਹਿਲਾਂ ਉਹਨੇ ਨਵੀਂ ਕਾਰ ਲਈ, 2 weeks ਲੇਟਰ, 2 ਹਫ਼ਤੇ ਬਾਅਦ ਉਹਨੇ ਕੀ ਕੀਤਾ, ਮੋਟਰਸਾਈਕਲ ਨਵਾਂ ਲੈ ਲਿਆ। ਕਹਿੰਦੇ ਹੀ ਬਾਊਟ ਏ ਨਿਊ ਮੋਟਰਸਾਈਕਲ, ਉਹਨੇ ਨਵਾਂ ਮੋਟਰਸਾਈਕਲ ਲਿਆ ਕਦੋਂ, 2 weeks ਆਫਟਰ ਹੀ ਬਾਊਟ ਏ ਕਾਰ, ਕਾਰ ਲੈਣ ਦੇ 2 ਹਫ਼ਤੇ ਦੇ ਬਾਅਦ। ਦੋਵੇਂ ਸੈਂਟੈਂਸ ਠੀਕ ਆ, ਪਰ ਇਹਦੇ ਵਿੱਚ ਇਹਨਾਂ ਦਾ ਵਰਤੋਂ ਵੇਖੋ ਕਿਵੇਂ ਵਰਤੋਂ ਹੋਈ ਦੋਨਾਂ ਦੀ। ਸੋ ਨੈਕਸਟ ਸਾਡੇ ਕੋਲ ਹੈ ਯੂ ਕੈਨ ਸੇ ਲੇਟਰ ਪਲੱਸ ਸਪੈਸੀਫਿਕ ਟਾਈਮ ਪੀਰੀਅਡ ਟੂ ਰੈਫਰ ਟੂ ਐਨ ਅਨਸਪੈਸੀਫਾਈਡ ਟਾਈਮ ਇਨ ਫਿਊਚਰ। ਫੋਰ ਐਗਜ਼ਾਮਪਲ, ਅਸੀਂ ਐਗਜ਼ਾਮਪਲ ਤੋਂ ਹੀ ਜ਼ਿਆਦਾ ਸਮਝ ਆਏਗੀ। ਆਈ ਵਿਲ ਫਿਨਿਸ਼ ਦੀ ਪ੍ਰੋਜੈਕਟ ਲੇਟਰ ਦਿਸ ਵੀਕ। ਸੋ ਕਹਿੰਦੇ ਆ ਮੈਂ ਇਸ ਆਪਣੇ ਪ੍ਰੋਜੈਕਟ ਨੂੰ ਫਿਨਿਸ਼ ਕਰ ਲਾਂਗਾ ਦਿਸ ਵੀਕ ਦੇ ਐਂਡ ਤੱਕ, ਵੀ ਹਜੇ ਐਂਡ ਨਹੀਂ ਕੀਤਾ, ਪਰ ਉਹ ਮੈਂ ਕਹਿੰਦਾ ਵੀ ਐਂਡ ਤੱਕ ਮੈਂ ਕਰ ਲਾਂਗਾ। ਆਈ ਵਿਲ ਗੋ ਔਨ ਵਕੇਸ਼ਨ ਲੇਟਰ ਦਿਸ ਈਅਰ, ਕਹਿੰਦਾ ਮੈਂ ਇਸ ਸਾਲ ਦੇ ਅੰਤ ਤੱਕ ਮੈਂ ਜਾਵਾਂਗਾ ਬਾਅਦ ਵਿੱਚ, ਪਰ ਜਾਊਂਗਾ ਜ਼ਰੂਰ ਆਪਣੀ ਛੁੱਟੀਆਂ 'ਤੇ। ਸੋ ਨੈਵਰ ਐਂਡ ਏ ਸੈਂਟੈਂਸ ਵਿਦ ਆਫਟਰ, ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਕਦੇ ਵੀ ਕੋਈ ਸੈਂਟੈਂਸ ਆਫਟਰ ਦੇ ਨਾਲ ਐਂਡ ਨਹੀਂ ਕਰਨਾ। ਜਦੋਂ ਵੀ ਅਸੀਂ ਆਫਟਰ ਐਂਡ 'ਤੇ ਲਗਾਉਣਾ, ਅਸੀਂ ਆਫਟਰ ਵਰਡਸ ਦਾ ਯੂਜ਼ ਕਰਨਾ ਹੈ। ਲਾਈਕ ਐਗਜ਼ਾਮਪਲ ਦੇਖਦੇ ਹਾਂ ਅਸੀਂ, ਇੱਕ ਕੁਐਸਚਨ ਪੁੱਛਦਾ ਮੈਂ ਤੁਹਾਨੂੰ, ਡਿਡ ਯੂ ਗੋ ਸਟੇਟ ਹੋਮ ਆਫਟਰ ਦੀ ਬੇਸਬਾਲ ਗੇਮ। ਮੈਂ ਤੁਹਾਨੂੰ ਪੁੱਛਿਆ ਹੈ ਵੀ ਤੁਸੀਂ ਬੇਸਬਾਲ ਦੀ ਗੇਮ ਤੋਂ ਬਾਅਦ ਸਿੱਧੇ ਘਰ ਜਾਂਦੇ ਹੋ, ਤੁਸੀਂ ਕਹਿੰਦੇ ਹੋ ਨੋ ਵੀ ਵੈਂਟ ਆਊਟ ਫॉर ਡਰਿੰਕ ਆਫਟਰ। ਸੋ ਇੱਥੇ ਪਹਿਲਾਂ ਇਹ ਕਹਿ ਰਿਹਾ ਆ ਵੀ ਨੋ ਵੀ ਨਹੀਂ,
ਵੀ ਵੈਂਟ ਆਊਟ ਫॉर ਡਰਿੰਕਸ ਆਫਟਰ, ਮੈਂ ਫਿਰ ਡਰਿੰਕ ਵਾਸਤੇ ਜਾਣਾ। ਇੱਥੇ ਜੋ ਆਫਟਰ ਹੈ ਉਹ ਇੱਥੇ ਗਲਤ ਹੈ, ਇੱਥੇ ਆਫਟਰ ਯੂਜ਼ ਨਹੀਂ ਹੋ ਸਕਦਾ। ਇੱਥੇ ਕੀ ਯੂਜ਼ ਹੋਏਗਾ ਹੁਣ ਅਸੀਂ ਦੇਖਦੇ ਹਾਂ। ਇੱਥੇ ਯੂਜ਼ ਹੋਏਗਾ ਆਫਟਰਵਰਡਸ, ਹਮੇਸ਼ਾ ਆਫਟਰਵਰਡਸ ਯੂਜ਼ ਕਰਨਾ ਲਾਸਟ 'ਤੇ ਕਦੇ ਵੀ। ਇੱਥੇ ਇਹੀ ਚੀਜ਼ ਦਾ ਡਾਊਟ ਪਾਉਣਾ ਕਦੀ ਆਫਟਰ ਆਏਗਾ ਤੁਸੀਂ ਆਫਟਰ ਵਾਲੇ ਨੂੰ ਰੋਂਗ ਕਰਨਾ ਹੈ। ਸੋ ਇੱਥੇ ਆਫਟਰਵਰਡਸ ਆਏਗਾ। ਸੋ ਹੋਪ ਇਹ ਚੀਜ਼ ਵੀ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਹੁਣ ਸਾਡੇ ਕੋਲ ਹੈ ਅਗੋ ਐਂਡ ਬਿਫੋਰ। ਸੋ ਅਗੋ ਨੂੰ ਅਸੀਂ ਯੂਜ਼ ਕਰਦੇ ਹਾਂ ਪਾਸਟ ਟਾਈਮ ਵਿੱਚ, ਜਦੋਂ ਅਸੀਂ ਗੱਲ ਕਰ ਰਹੇ ਹੋਵੇਂ ਕਿਸੇ ਪਾਸਟ ਮੂਮੈਂਟ ਦੀ, ਅਸੀਂ ਕਰੰਟ ਮੂਮੈਂਟ ਨੂੰ ਆਪਣੀ ਨੂੰ ਰੈਫਰੈਂਸ ਕਰਕੇ ਪਾਸਟ ਟਾਈਮ ਦੀ ਗੱਲ ਕਰਦੇ ਹਾਂ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇਖ ਲਈਏ ਪਹਿਲਾਂ, ਆਈ ਗ੍ਰੈਜੂਏਟਡ ਫਰੋਮ ਕਾਲਜ 3 years ਅਗੋ। ਅਸੀਂ ਪਾਸਟ ਦੀ ਗੱਲ ਕਰ ਰਹੇ ਹਾਂ ਅਤੇ ਅਸੀਂ ਪੂਰੇ ਟਾਈਮ ਪੀਰੀਅਡ ਦੀ ਗੱਲ ਕਰ ਰਹੇ ਹਾਂ ਵੀ ਅੱਜ ਤੋਂ 3 ਸਾਲ ਪਹਿਲਾਂ ਮੈਂ ਗ੍ਰੈਜੂਏਸ਼ਨ ਪੂਰੀ ਕਰ ਲਈ ਸੀ, ਅਤੇ ਮੈਂ ਅੱਜ ਤੋਂ 3 ਸਾਲ ਪਹਿਲਾਂ ਮੈਂ ਮਤਲਬ ਗ੍ਰੈਜੂਏਟਡ ਹੋ ਗਿਆ ਸੀ, ਮਤਲਬ ਮੈਂ ਗ੍ਰੈਜੂਏਸ਼ਨ ਕਰ ਲਈ ਸੀ। ਅਤੇ ਬਿਫੋਰ ਯੂਜ਼ ਕਰਦੇ ਹਾਂ, ਯੂਜ਼ ਬਿਫੋਰ ਟੂ ਟਾਕ ਅਬਾਊਟ ਪਾਸਟ ਟਾਈਮ। ਅਸੀਂ ਪਾਸਟ ਟਾਈਮ ਦੀ ਗੱਲ ਕਰਦੇ ਹਾਂ ਇਹਦੇ 'ਚ ਵੀ, ਪਰ ਅਸੀਂ ਪਾਸਟ ਦੇ ਵਿੱਚ ਅਸੀਂ ਰੈਫਰੈਂਸ ਕਿਸੇ ਹੋਰ ਮੂਮੈਂਟ ਨੂੰ ਵੀ ਰੈਫਰ ਕਰ ਜਾਂਦੇ ਹਾਂ। ਲਾਈਕ ਆਈ ਮੈਟ ਮਾਈ ਗਰਲ ਫਰੈਂਡ, ਮੈਂ ਅਸੀਂ ਆਪਣੀ ਗਰਲ ਫਰੈਂਡ ਨੂੰ 2 ਹਫ਼ਤੇ ਗ੍ਰੈਜੂਏਸ਼ਨ ਤੋਂ 2 ਹਫ਼ਤੇ ਹੋਣ ਤੋਂ ਪਹਿਲਾਂ ਮਿਲਿਆ ਸੀ, ਮਤਲਬ ਮੈਂ ਗ੍ਰੈਜੂਏਟ ਨਹੀਂ ਸੀ ਹੋਇਆ। ਆਈ ਮੈਟ ਮਾਈ ਗਰਲ ਫਰੈਂਡ 2 weeks ਬਿਫੋਰ, 2 ਹਫ਼ਤੇ ਗ੍ਰੈਜੂਏਟਡ ਹੋਣ ਤੋਂ ਪਹਿਲਾਂ ਮਿਲਿਆ ਸੀ। ਸੋ ਇਹਨਾਂ ਦੇ ਵਿੱਚ ਡਿਫਰੈਂਸ ਅਸੀਂ ਕਿੱਦਾਂ ਲੱਭਣਾ ਹੈ? ਜਦੋਂ ਵੀ ਗੱਲ ਹੋਵੇਗੀ ਸਿਰਫ ਸਿੱਧੀ ਸਾਲਾਂ ਦੀ, ਮਤਲਬ ਗ੍ਰੈਜੂਏਟਡ 3 year ਅਗੋ, ਫਿਰ ਅਸੀਂ ਲਾਵਾਂਗੇ ਅਗੋ। ਪਰ ਜਦੋਂ ਹੋਏਗੀ ਗੱਲ ਆਈ ਮੈਟ ਮਾਈ ਗਰਲ ਫਰੈਂਡ 3 weeks ਅਗੋ ਨਹੀਂ ਹੋਏਗਾ, ਮਤਲਬ 3 weeks, ਜੇ ਤਾਂ ਇਕੱਲਾ 2 weeks ਹੁੰਦਾ ਫਿਰ ਸਹੀ ਸੀ, ਪਰ ਇੱਥੇ ਆਇਆ 2 weeks ਬਿਫੋਰ 2 weeks ਆਈ ਗ੍ਰੈਜੂਏਟਡ। ਜਦੋਂ ਇੱਦਾਂ ਦਾ ਨਾਲ 2 ਵਰਡਸ ਆ, 2 ਪਾਸਟ ਦੀਆਂ 2 ਚੀਜ਼ਾਂ ਦਾ ਗੱਲ ਹੋ ਜੇ, ਜਦੋਂ ਪਾਸਟ ਦੀਆਂ 2 ਇੰਸੀਡੈਂਟ ਦੀ ਗੱਲ ਹੋ ਜੇ, ਜਾਂ ਪਾਸਟ ਦੀਆਂ 2 ਕੋਈ ਟਾਈਮ ਦੀ ਗੱਲ ਹੋ ਜੇ, ਤਾਂ ਅਸੀਂ ਬਿਫੋਰ ਯੂਜ਼ ਕਰਦੇ ਹਾਂ। ਜਿਵੇਂ ਆਈ ਮੈਟ ਮਾਈ ਗਰਲ ਫਰੈਂਡ 2 weeks ਅਗੋ ਹੋ ਸਕਦਾ ਸੀ, ਪਰ ਇੱਥੇ ਨਾਲ ਗ੍ਰੈਜੂਏਟਡ ਵੀ ਆਈ ਮੈਟ ਮਾਈ ਗਰਲ ਫਰੈਂਡ 2 weeks ਬਿਫੋਰ ਆਈ ਗ੍ਰੈਜੂਏਟਡ। ਸੋ ਹੋਪ ਤੁਹਾਨੂੰ ਇਹ ਚੀਜ਼ ਵੀ ਜ਼ਰੂਰ ਕਲੀਅਰ ਹੋਏਗਾ। ਹੁਣ ਸਾਡੇ ਕੋਲ ਹੈ ਬਾਏ ਅਤੇ ਅਨਟਿਲ। ਸੋ ਜਦੋਂ ਬਾਏ ਦਾ ਯੂਜ਼ ਕਰਦੇ ਹਾਂ ਫੋਰ ਵਨ ਸਪੈਸੀਫਿਕ ਈਵੈਂਟ ਡੈਟ ਵਿਲ ਹੈਪਨ ਬਿਫੋਰ ਅ ਸਰਟਨ ਟਾਈਮ ਇਨ ਫਿਊਚਰ। ਸੋ ਐਗਜ਼ਾਮਪਲ ਦੇਖਦੇ ਹਾਂ, ਪਲੀਜ਼ ਸੈਂਡ ਮੀ ਦੀ ਇਨਫੋਰਮੇਸ਼ਨ ਬਾਏ ਮੰਡੇ। ਬਾਏ ਦਾ ਯੂਜ਼ ਅਸੀਂ ਕਦੋਂ ਕਰਦੇ ਹਾਂ? ਜਦੋਂ ਅਸੀਂ ਸਿੰਗਲ ਈਵੈਂਟ ਦੀ ਗੱਲ ਕਰਦੇ ਹਾਂ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਬਾਏ ਸਪੈਸੀਫਿਕ ਈਵੈਂਟ ਡੈਟ ਵਿਲ ਵੀ ਹੈਪਨ ਬਿਫੋਰ ਏ ਸਰਟਨ ਟਾਈਮ। ਮੈਂ ਮੰਡੇ ਦੀ ਗੱਲ ਕੀਤੀ ਆ, ਇਹ ਨਹੀਂ ਹੁਣ ਮੈਂ ਨਹੀਂ ਕਿਹਾ, ਮੈਂ ਕਿਹਾ ਤੂੰ ਮੈਨੂੰ ਮੰਡੇ ਤੱਕ ਦੇ ਦੀ ਬਾਏ ਮੰਡੇ, ਮਤਲਬ ਮੰਡੇ ਤੱਕ ਦੇ ਦੀ, ਕੋਈ ਨਹੀਂ ਤੂੰ ਮੰਡੇ ਨੂੰ ਵੀ ਦੇ ਦੇਂਗਾ, ਪਹਿਲਾਂ ਭਾਵੇਂ ਨਾ ਦੇ, ਮੰਡੇ ਨੂੰ ਹੀ ਦੇ ਦੀ। ਜਦੋਂ ਮੈਂ ਗੱਲ ਕਰਾਂਗਾ ਅਨਟਿਲ ਦੀ, ਇਹਦੇ ਵਿੱਚ ਹੋ ਗਈ ਕੰਟੀਨਿਊਟੀ, ਮਤਲਬ ਕੰਟੀਨਿਊਸ ਈਵੈਂਟ ਦੀ ਗੱਲ ਕਰਨੀ ਆ। ਜਿਵੇਂ ਐਗਜ਼ਾਮਪਲ ਹੈ ਇੱਥੇ, ਹੀ ਸਟੇਇੰਗ ਇਨ ਲੰਡਨ, ਉਹ ਲੰਡਨ 'ਚ ਰਹਿ ਰਿਹਾ 30 ਤਰੀਕ ਤੱਕ, ਮਤਲਬ 30 ਤਰੀਕ ਤੱਕ ਉਹ ਲੰਡਨ 'ਚ ਹੀ ਆ, ਅਤੇ ਇਹਦੇ ਵਿੱਚ ਕੋਈ ਕੰਟੀਨਿਊਟੀ ਨਹੀਂ ਆ। ਮਤਲਬ ਇਹਦੇ ਵਿੱਚ ਪਹਿਲੀ ਐਗਜ਼ਾਮਪਲ ਦੇ ਵਿੱਚ ਉਹਨੂੰ ਮੈਂ ਮੰਡੇ ਨੂੰ ਦੇਦਾ, ਤਾਂ ਉਹਨੇ ਮੰਡੇ ਨੂੰ ਹੀ ਲੈ ਕੇ ਦੇਣਾ, ਪਹਿਲਾਂ ਨਹੀਂ ਲੈ ਕੇ ਦੇਗਾ। ਪਰ ਜਦੋਂ ਮੈਂ ਗੱਲ ਕੀਤੀ ਆ ਅਨਟਿਲ, ਮਤਲਬ ਉਹ 30 ਤੋਂ ਪਹਿਲਾਂ ਨਹੀਂ ਜਾਂਦਾ, 30 ਤੱਕ ਉਹ ਹੋਟਲ 'ਚ ਲੰਡਨ 'ਚ ਹੀ ਰਹੇਗਾ। ਸੋ ਇਹ ਸਾਡੇ ਕੋਲ ਹੋ ਗਿਆ। ਸੋ ਨੈਕਸਟ ਅਸੀਂ ਦੇਖਦੇ ਹਾਂ ਡਿਊਰਿੰਗ ਵਾਈਲ। ਸੋ ਡਿਊਰਿੰਗ ਵਾਈਲ ਦਾ ਕੀ ਯੂਜ਼ਸ ਆ? both during and while means that something happens at the same time as something else. ਸੋ ਇਹਦੀ ਐਗਜ਼ਾਮਪਲ ਦੇਖਦੇ ਹਾਂ। ਡਿਊਰਿੰਗ ਦੇ ਨਾਲ ਨਾਊਨ ਆਉਂਦਾ, ਲਾਈਕ ਸ਼ੀ ਕਰਾਈਡ ਡਿਊਰਿੰਗ ਦਾ ਮੂਵੀ, ਉਹ ਮੂਵੀ ਦੇਖਦੇ ਰੋ ਰਹੀ ਸੀ, ਠੀਕ ਹੈ। ਨਾਊਨ ਆ ਗਿਆ, ਨਾਊਨ ਕੀ ਆ? ਮੂਵੀ। ਸੋ ਸ਼ੀ ਕਰਾਈਡ ਡਿਊਰਿੰਗ ਦਾ ਮੂਵੀ। ਸੋ ਇੱਥੇ ਮੈਂ ਵਾਈਲ ਲਾ ਸਕਦਾ, ਸ਼ੀ ਕਰਾਈਡ ਵਾਈਲ ਦੀ ਮੂਵੀ? ਨੋ, ਕਿਉਂਕਿ ਜਦੋਂ ਅਸੀਂ ਦੇਖਾਂਗੇ ਸ਼ੀ ਕਰਾਈਡ ਵਾਈਲ ਸ਼ੀ ਵਾਜ਼ ਵਾਚਿੰਗ ਦੀ ਮੂਵੀ, ਇਹਨਾਂ ਦੋਵਾਂ ਦਾ ਸਟਰਕਚਰ ਸੇਮ ਨਹੀਂ ਹੁੰਦਾ। ਡਿਊਰਿੰਗ ਦੇ ਨਾਲ ਨਾਊਨ ਆਉਂਦਾ ਹੈ, ਪਰ ਵਾਈਲ ਦੇ ਨਾਲ ਸ਼ੀ ਕਰਾਈਡ ਵਾਈਲ, ਫਿਰ ਕੀ ਆਏਗਾ? ਸਬਜੈਕਟ ਵਰਬ ਅਤੇ ਓਬਜੈਕਟ, ਸਬਜੈਕਟ ਵਰਬ ਅਤੇ ਓਬਜੈਕਟ ਸਾਰਾ ਆਏਗਾ। ਜਿਵੇਂ ਸ਼ੀ ਕਰਾਈਡ ਵਾਈਲ ਸ਼ੀ ਵਾਜ਼ ਵਾਚਿੰਗ ਦੀ ਮੂਵੀ, ਸੋ ਇਹਦੇ ਵਿੱਚ ਵਾਈਲ ਆਇਆ, ਇਹਦੇ ਤੋਂ ਬਾਅਦ ਸਬਜੈਕਟ ਸ਼ੀ ਆਇਆ, ਵਾਜ਼ ਅਤੇ ਵਾਚਿੰਗ ਵਰਬ ਆਇਆ। ਸੋ ਇਸ ਕਰਕੇ ਇਹਦੇ ਨਾਲ ਅਸੀਂ ਇੱਥੇ ਜੇ ਚਾਹੀਏ ਤਾਂ ਭਲਾ ਡਿਊਰਿੰਗ ਲਾ ਸਕਦੇ ਹਾਂ। ਸ਼ੀ ਕਰਾਈਡ ਡਿਊਰਿੰਗ ਨਾ, ਜਿੱਥੇ ਹੁੰਦਾ ਨਾ ਸ਼ੀ ਕਰਾਈਡ ਡਿਊਰਿੰਗ ਮੂਵੀ, ਫਿਰ ਸਹੀ ਸੀ, ਪਰ ਸ਼ੀ ਕਰਾਈਡ ਵਾਈਲ ਸ਼ੀ ਵਾਜ਼ ਵਾਚਿੰਗ ਦੀ ਮੂਵੀ। ਸੋ ਇੱਥੇ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਵੀ ਜਦੋਂ ਗੱਲ ਹੋਵੇ ਸ਼ੀ ਕਰਾਈਡ ਡਿਊਰਿੰਗ ਮੂਵੀ, ਸਿੱਧੀ ਗੱਲ ਹੋਵੇ ਫਿਰ ਅਸੀਂ ਡਿਊਰਿੰਗ ਲਾਉਣਾ। ਜਦੋਂ ਗੱਲ ਥੋੜ੍ਹੀ ਜਿਹੀ ਲੰਬੀ ਕਰਕੇ ਕਹੀ ਹੋਵੇ
ਪੀ ਉਹ ਰੋ ਰਹੀ ਸੀ ਜਦੋਂ ਉਹ ਮੂਵੀ ਵੇਖ ਰਹੀ ਸੀ, ਉਦੋਂ ਅਸੀਂ ਲਾਉਣਾ ਵਾਈਲ। ਜਦੋਂ ਗੱਲ ਹੋਏ ਮੂਵੀ ਵੇਖਦੇ ਉਹ ਰੋ ਰਹੀ ਸੀ, ਉਦੋਂ ਸਿੱਧਾ ਡਿਊਰਿੰਗ ਲਾ ਦੇਣਾ। ਸੋ ਆਹ ਸਟਰਕਚਰ ਆ ਇਹਦਾ, ਇਹ ਤੁਸੀਂ ਧਿਆਨ ਨਾਲ ਦੇਖ ਲਓ ਇੱਕ ਵਾਰੀ। ਸੋ ਹੁਣ ਸਾਡੇ ਕੋਲ ਹੈ ਫਰੋਮ ਟੂ, ਫਰੋਮ ਟਿਲ, ਫਰੋਮ ਅਨਟਿਲ। ਸੋ ਇਹਦੇ ਕੀ ਯੂਜ਼ ਨੇ, ਇਹਦੀ ਐਗਜ਼ਾਮਪਲ ਦੇਖਾਂਗੇ ਸਾਨੂੰ ਕਲੀਅਰ ਹੋ ਜਾਊਗਾ। ਦਾ ਮਿਊਜ਼ੀਅਮ ਇਜ਼ ਓਪਨ ਫਰੋਮ 8 ਤੋਂ 4। ਸੋ ਕਹਿੰਦੇ ਆ ਜਿਹੜਾ ਮਿਊਜ਼ੀਅਮ ਆ 8 ਤੋਂ 4 ਵਜੇ ਤੱਕ ਓਪਨ ਆ। ਜਦੋਂ ਸਪੈਸੀਫਿਕ ਟਾਈਮ ਦੀ ਗੱਲ ਹੋਏਗੀ, ਜਦੋਂ ਟਾਈਮ ਦੀ ਗੱਲ ਹੋਏਗੀ 2 ਤੋਂ 4, 3 ਤੋਂ 6, 5 ਤੋਂ 7, ਸੋ ਉਦੋਂ ਅਸੀਂ ਲਾਣਾ ਆ ਫਰੋਮ ਟੂ। ਪਰ ਜਦੋਂ ਗੱਲ ਹੋਏਗੀ ਐਗਜ਼ਾਮਪਲ ਦੇਖਦੇ ਹਾਂ ਅਸੀਂ, ਜੈਕ ਵਿਲ ਬੀ ਔਨ ਵਕੇਸ਼ਨ ਫਰੋਮ ਟਮਾਰੋ ਟੂ ਨੈਕਸਟ ਫਰਾਈਡੇ। ਜੋ ਦਿਨਾਂ ਦੀ ਗੱਲ ਹੋਏਗੀ, ਮਤਲਬ ਕੱਲ੍ਹ ਤੋਂ ਸ਼ੁੱਕਰਵਾਰ ਤੱਕ, ਜਾਂ ਕੋਈ ਵੀ 2 ਦਿਨਾਂ ਦੀ ਗੱਲ ਹੋਵੇਗੀ ਇੰਨੇ ਤੋਂ ਇੰਨੇ ਤੱਕ, ਉਦੋਂ ਅਸੀਂ ਯੂਜ਼ ਕਰਨਾ ਆ ਅਨਟਿਲ। ਅਤੇ ਪਰ ਜਦੋਂ ਗੱਲ ਹੋਏਗੀ ਸਾਲਾਂ ਦੀ, 2001 ਤੋਂ 2004 ਤੱਕ, ਆਈ ਸਟੱਡੀਡ ਇੰਗਲਿਸ਼ 2001 ਤੋਂ 2000 ਤੱਕ ਮੈਂ ਇੰਗਲਿਸ਼ ਸਿੱਖਦਾ ਰਿਹਾ। ਸੋ ਹੋਵੇ ਚੀਜ਼ ਵੀ ਤੁਹਾਨੂੰ ਕਲੀਅਰ ਹੋ ਗਈ। ਇੱਕ ਵਾਰੀ ਫਿਰ ਮੈਂ ਤੁਹਾਨੂੰ ਇਹ ਥੋੜ੍ਹਾ ਜਿਹਾ ਰੀਕੈਪ ਕਰਾ ਦਾਂ ਇੱਥੋਂ। ਅਸੀਂ ਫਰੋਮ ਟੂ ਦਾ ਯੂਜ਼ ਕਰਦੇ ਹਾਂ ਜਦੋਂ ਟਾਈਮ ਸਾਨੂੰ ਦਿੱਤਾ ਹੋਵੇ ਘੰਟਿਆਂ 'ਚ, 2 ਵਜੇ ਤੋਂ 4 ਵਜੇ ਤੱਕ ਸਪੈਸੀਫਿਕ ਟਾਈਮ ਦਿੱਤਾ ਹੋਵੇ। ਅਸੀਂ ਫਰੋਮ ਤੋਂ ਅਨਟਿਲ ਯੂਜ਼ ਕਰਦੇ ਹਾਂ ਜਦੋਂ ਸਾਨੂੰ ਦਿਨ ਦਿੱਤੇ ਹੋਣ, ਟਮਾਰੋ ਤੋਂ ਸ਼ੁੱਕਰਵਾਰ ਜਾਂ ਮੰਡੇ ਤੋਂ ਫਰਾਈਡੇ। ਸੋ ਨੈਕਸਟ ਸਾਡੇ ਕੋਲ ਜੇ ਅਸੀਂ ਫਰੋਮ ਟਿਲ ਯੂਜ਼ ਕਰਦੇ ਹਾਂ ਜਦੋਂ ਸਾਨੂੰ ਸਾਲ ਦਿੱਤੇ ਹੋਣ, 2001 ਤੋਂ 2007, ਕੋਈ ਵੀ ਟਾਈਮ ਦਿੱਤਾ ਹੋਵੇ। ਸੋ ਇਹ ਵੀ ਤੁਸੀਂ ਨੋਟ ਡਾਊਨ ਕਰ ਲਿਓ। ਸੋ ਨੈਕਸਟ ਹੈ, ਅੱਗੇ ਸਾਡੇ ਕੋਲ ਹੈ ਫੋਰ ਅਤੇ ਸਿੰਸ। ਹੁਣ ਅਸੀਂ ਦੇਖਣਾ ਇਹਨਾਂ 'ਚ ਡਿਫਰੈਂਸ ਕੀ ਆ, ਫੋਰ ਕੀ ਆ ਅਤੇ ਸਿੰਸ ਕੀ ਆ। ਫੋਰ ਅਸੀਂ ਯੂਜ਼ ਕਰਦੇ ਹਾਂ ਜਦੋਂ ਅਸੀਂ ਪੀਰੀਅਡ ਆਫ ਟਾਈਮ ਨੂੰ ਦੱਸਣਾ ਹੋਵੇ ਵੀ ਮੈਂ ਤੇਰੀ 3 ਘੰਟਿਆਂ ਤੋਂ ਵੇਟ ਕੀਤੀ, ਆਈ ਹੈਵ ਬੀਨ ਵੇਟਿੰਗ ਫੋਰ ਯੂ 2 ਆਵਰਸ। ਮੈਂ ਤੇਰੀ 2 ਘੰਟੇ ਲਈ ਵੇਟ ਕੀਤੀ, 5 ਘੰਟੇ ਲਈ, ਚਲੋ ਇੱਦਾਂ ਘੰਟਿਆਂ 'ਚ ਗੱਲ ਕੀਤੀ ਹੋਵੇ ਉਦੋਂ ਅਸੀਂ ਫੋਰ ਦਾ ਯੂਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸੀਫਿਕ ਟਾਈਮ ਜਾਂ ਰੈਫਰੈਂਸ ਦਿੱਤਾ ਹੋਵੇ ਵੀ ਮੈਂ ਤੇਰੀ 10 ਵਜੇ ਤੋਂ ਵੇਟ ਕਰ ਰਿਹਾ ਭਰਾ, ਮੈਂ ਤੇਰੀ 5 ਵਜੇ ਤੋਂ ਵੇਟ ਕਰ ਰਿਹਾ, ਉਦੋਂ ਅਸੀਂ ਸਿੰਸ ਲਗਾਉਂਦੇ ਹਾਂ। ਜਿਵੇਂ ਆਈ ਹੈਵ ਬੀਨ ਵੇਟਿੰਗ ਫੋਰ 3 ਆਵਰਸ, ਮੈਂ 3 ਘੰਟੇ ਲਈ ਵੇਟ ਕਰ ਰਿਹਾ ਸੀ। ਆਈ ਹੈਵ ਬੀਨ ਵੇਟਿੰਗ ਸਿੰਸ 10 o'clock, ਮੈਂ 3 ਘੰਟੇ ਤੋਂ ਵੇਟ ਕਰ ਰਿਹਾ ਹਾਂ ਅਤੇ ਅਜੇ ਵੀ ਕਰ ਰਿਹਾ ਹਾਂ। ਅਤੇ ਉੱਥੇ ਕਿਹਾ ਮੈਂ 3 ਘੰਟੇ ਤੇਰੀ ਵੇਟ ਕੀਤੀ। ਸੋ ਆਈ ਹੈਵ ਲਿਵਡ ਹੇਅਰ ਫੋਰ 4 ਆਵਰਸ, ਮੈਂ 4 ਸਾਲ ਤੋਂ ਰਹਿ ਰਿਹਾ। ਅਤੇ ਇੱਥੋਂ ਸਿੰਸ ਆਇਆ, ਉਦੋਂ ਅਸੀਂ ਟਾਈਮ ਦੱਸਦੇ ਹਾਂ ਐਗਜ਼ੈਕਟ। ਸੋ ਇਹ ਐਗਜ਼ਾਮਪਲਸ ਅਸੀਂ ਅੱਗੇ ਜਾਂਦੇ ਹਾਂ। ਅੱਗੇ ਸਾਡੇ ਕੋਲ ਹੈ ਪ੍ਰੈਪੋਜੀਸ਼ਨਸ ਆਫ ਪਲੇਸ। ਅਸੀਂ ਕਰਕੇ ਆਏ ਹਾਂ ਪ੍ਰੈਪੋਜੀਸ਼ਨ ਆਫ ਟਾਈਮ, ਸਭ ਤੋਂ ਇੰਪੋਰਟੈਂਟ ਟਾਈਮ ਵਾਲੀ ਹੀ ਆ, ਪਰ ਇਹਦੇ ਤੋਂ ਵੀ ਕੁਐਸਚਨ ਬਣਦੇ ਨੇ। ਅਸੀਂ ਪ੍ਰੈਪੋਜੀਸ਼ਨ ਆਫ ਟਾਈਮ ਦੇਖਦੇ ਹਾਂ। ਸੋ ਇਹਦੇ ਵਿੱਚ ਵੀ ਔਨ, ਐਟ ਅਤੇ ਇਨ ਹੀ ਯੂਜ਼ ਹੁੰਦੇ ਆ ਜ਼ਿਆਦਾਤਰ। ਜਿਹੜੀਆਂ ਸਾਡੀਆਂ ਇੰਪੋਰਟੈਂਟ ਨੇ ਉਹ ਔਨ ਆ, ਐਟ ਆ ਅਤੇ ਇਨ ਆ। ਟਾਈਮ ਲਈ ਵੀ ਸੀ ਉਹੀ ਸੀ ਅਤੇ ਪਲੇਸ ਵਾਸਤੇ ਵੀ ਉਹੀ ਆ। ਸੋ ਇਹਦੇ ਲਈ ਅਸੀਂ ਸਿੱਧਾ ਹੀ ਜਾਂਦੇ ਹਾਂ ਆਪਣੀਆਂ ਟਾਈਪਸ 'ਤੇ ਹੀ ਸਿੱਧਾ। ਸੋ ਪ੍ਰੈਪੋਜੀਸ਼ਨ ਆਫ ਪਲੇਸ ਐਗਜ਼ਾਮਪਲ ਇਨ ਫੋਲੋਇੰਗ ਸੈਂਟੈਂਸ ਇਨ ਬੋਲਡ। ਹੁਣ ਇਹਦੇ ਵਿੱਚ ਬੋਲਡ ਵਿੱਚ ਜਿਹੜੇ ਵਰਡਸ ਨੇ ਉਹ ਸਾਡੇ ਕੀ ਨੇ, ਪ੍ਰੈਪੋਜੀਸ਼ਨਸ ਨੇ। ਲਾਈਕ ਦਾ ਕੈਟ ਇਜ਼ ਔਨ ਦਾ ਟੇਬਲ, ਜਿਹੜੀ ਕੈਟ ਆ ਕਿੱਥੇ ਆ, ਟੇਬਲ ਦੇ ਉੱਤੇ ਆ। ਜਦੋਂ ਔਨ ਯੂਜ਼ ਕਰਦੇ ਹਨ ਮਤਲਬ ਸਰਫਸ ਦੀ ਗੱਲ ਹੋ ਰਹੀ ਹੈ, ਸਰਫਸ ਦੇ ਉੱਤੇ ਆ। ਫਿਰ ਜਦੋਂ ਹੋਏਗੀ ਗੱਲ ਡੋਗ, ਜਦੋਂ ਗੱਲ ਹੋਏਗੀ ਇਨ ਦੀ, ਦਾ ਡੋਗਸ ਆਰ ਇਨ ਦੀ ਕੈਨਲ, ਜਿਹੜੇ ਡੋਗਸ ਨੇ ਉਹ ਕੈਨਲ ਦੇ ਵਿੱਚ ਨੇ, ਮਤਲਬ ਇੱਕ ਬਾਊਂਡਰੀ ਦੀ ਗੱਲ ਹੋ ਰਹੀ ਹੈ, ਬਾਊਂਡਰੀ ਦੇ ਵਿੱਚ ਨੇ ਉਹ। ਸੋ ਵੀ ਕੈਨ ਮੀਟ, ਅਸੀਂ ਮੀਟ ਕਰ ਸਕਦੇ ਹਾਂ ਐਟ ਦੀ ਕ੍ਰੋਸ ਰੋਡਸ, ਕ੍ਰੋਸ ਰੋਡ ਦੇ ਮਤਲਬ ਐਗਜ਼ੈਕਟ ਲੋਕੇਸ਼ਨ ਦੱਸਦੀ ਉਦੋਂ ਅਸੀਂ ਐਟ ਲਗਾਉਂਦੇ ਹਾਂ। ਕੋਈ ਜਦੋਂ ਐਗਜ਼ੈਕਟ ਲੋਕੇਸ਼ਨ ਦੱਸਦੇ ਉਦੋਂ ਅਸੀਂ ਇਹ ਯੂਜ਼ ਕਰਦੇ ਹਾਂ। ਹੁਣ ਅਸੀਂ 1 ਬਾਏ 1 ਇਹਨਾਂ ਨੂੰ ਦੇਖਦੇ ਹਾਂ। ਔਨ ਨੂੰ ਯੂਜ਼ ਕਰਦੇ ਹਾਂ ਅਸੀਂ ਜਦੋਂ ਅਸੀਂ ਕਿਸੇ ਚੀਜ਼ ਨੂੰ ਰੈਫਰ ਕਰ ਰਹੇ ਹਾਂ ਵਿਦ ਦ ਸਰਫੇਸ, ਜਦੋਂ ਅਸੀਂ ਕਿਸੇ ਚੀਜ਼ ਨੂੰ ਸਰਫੇਸ ਦੇ ਨਾਲ ਰੈਫਰ ਕਰ ਰਹੇ ਹਾਂ। ਲਾਈਕ ਦਾ ਸਕਲਪਚਰ ਹੈਂਗ ਔਨ ਦੀ ਵਾਲ, ਜਾਂ ਪਿਕਚਰ ਹੈਂਗਸ ਔਨ ਦੀ ਵਾਲ। ਜਿਹੜਾ ਫੋਟੋ ਆ ਉਹ ਵਾਲ ਦੇ ਨਾਲ, ਇੱਕ ਸਰਫੇਸ ਹੈ ਵਾਲ, ਉਹਦੇ ਨਾਲ ਹੈਂਗ ਕਰ ਰਹੀ ਆ। ਜਿਹੜੀ ਇਮੇਜ ਆ ਉਹ ਪੇਜ ਦੇ ਉੱਤੇ ਆ। ਬੁੱਕ ਹੈ ਤੁਹਾਡੀ, ਬੁੱਕ ਦੇ ਉੱਤੇ ਪੇਜ ਆ, ਪੇਜ ਦੇ ਉੱਤੇ ਤੁਹਾਡੀ ਇਮੇਜ ਲੱਗੀ, ਉਹ ਵੀ ਸਰਫੇਸ ਦੀ ਗੱਲ ਹੋ ਰਹੀ ਆ। ਸੋ ਨੈਕਸਟ, ਜਦੋਂ ਸਰਫੇਸ ਦੀ ਗੱਲ ਹੋਵੇ ਉਦੋਂ ਅਸੀਂ ਔਨ ਯੂਜ਼ ਕਰਦੇ ਹਾਂ ਜਦੋਂ ਸਰਫੇਸ ਦੀ ਗੱਲ ਹੋਵੇ। ਠੀਕ ਹੈ, ਇਹ ਯਾਦ ਰੱਖਣਾ। ਸੋ ਇਨ ਦਾ ਯੂਜ਼ ਕਿੱਥੇ ਕਰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਨੂੰ ਰੈਫਰ ਕਰ ਰਹੇ ਹਾਂ ਡੈਟ ਇਨ ਇਨਸਾਈਡ ਔਰ ਵਿਦਇਨ ਕਨਫਾਈਨਡ ਬਾਊਂਡਰੀ, ਜਿਹੜੀ ਚੀਜ਼ ਬਾਊਂਡਰੀ ਦੇ ਵਿੱਚ ਹੈ ਉਹਦੀ ਬਾਰੇ ਗੱਲ ਹੋਵੇ ਅਸੀਂ ਇਨ ਦਾ ਯੂਜ਼ ਕਰਦੇ ਹਾਂ। ਸੋ ਹੁਣ ਅਸੀਂ ਐਗਜ਼ਾਮਪਲ ਦੇਖਦੇ ਹਾਂ, ਜਿਮ ਇਜ਼ ਇਨ ਫਰਾਂਸ। ਸੋ ਇਨ੍ਹਾਂ ਸੈਂਟੈਂਸ ਵੀ ਤੁਸੀਂ ਲੈ ਲਓ, ਬਾਕੀ ਛੱਡ ਦਿਓ। ਜਿਹੜਾ ਜਿਮ ਆ ਉਹ ਫਰਾਂਸ ਦੇ ਵਿੱਚ ਆ, ਸੋ ਮਤਲਬ ਉਹ ਬਾਊਂਡਰੀ ਆ ਫਰਾਂਸ ਦੀ ਕੋਈ, ਉਹਦੇ ਵਿੱਚ ਆ। ਸੋ ਜੇ ਅਸੀਂ ਅਗਲੀ ਐਗਜ਼ਾਮਪਲ ਲੈਂਦੇ ਹਾਂ, ਹਿਜ਼ ਆਂਟ ਇਨ ਦੀ ਹੋਸਪੀਟਲ, ਹੋਸਪੀਟਲ ਦੀ ਬਾਊਂਡਰੀ ਆ ਅਤੇ ਉਹ ਬਾਊਂਡਰੀ ਦੇ ਵਿੱਚ ਆ, ਉੱਥੇ ਅਸੀਂ ਇਨ ਯੂਜ਼ ਕਰਦੇ ਹਾਂ।
तो ਨੈਕਸਟ ਐਗਜ਼ਾਮਪਲ ਸਾਡੇ ਕੋਲ ਹੈ ਵਿਸਕੀ ਇਜ਼ ਇਨ ਦਾ ਯਾਰ। ਸੋ ਜਿਹੜੀ ਵਿਸਕੀ ਆ ਉਹ ਇੱਕ ਯਾਰ ਦੇ ਵਿੱਚ ਆ, ਜੱਗ ਦੇ ਵਿੱਚ ਆ ਲਾ ਲਓ ਤੁਸੀਂ। ਦਾ ਗਰਲਸ ਪਲੇ ਇਨ ਦੀ ਗਾਰਡਨ। ਸੋ ਗਰਲਸ ਜਿਹੜੀਆਂ ਨੇ, ਗਰਲਸ ਪਲੇਜ਼ ਆਏਗਾ ਇੱਥੇ, ਦਾ ਗਰਲਸ ਪਲੇਜ਼ ਇਨ ਦਾ ਗਾਰਡਨ। ਜਿਹੜੀਆਂ ਗਰਲਸ ਨੇ ਉਹ ਪਲੇ ਕਰ ਰਹੀਆਂ ਇੱਕ ਗਾਰਡਨ ਦੇ ਵਿੱਚ। ਗਾਰਡਨ ਕੀ ਹੈ? ਇੱਕ ਬਾਉਂਡਰੀ ਗਾਰਡਨ ਨਹੀਂ ਹੋਏਗੀ, ਗਾਰਡਨ ਖੁੱਲ੍ਹਾ ਤਾਂ ਹੋਏਗਾ ਨਹੀਂ। ਸੋ ਜਦੋਂ ਵੀ ਕਿਸੇ ਇਸ ਤਰ੍ਹਾਂ ਦੀ ਬਾਉਂਡਰੀ ਦੀ ਗੱਲ ਹੋਵੇ ਉਹਦੇ ਵਿੱਚ ਅਸੀਂ ਇਨ ਯੂਜ਼ ਕਰਦੇ ਹਾਂ। ਐਟ ਨੂੰ ਯੂਜ਼ ਕਰਦੇ ਹਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਰੈਫਰ ਕਰਨਾ ਹੋਵੇ, ਵੈਨ ਰੈਫਰਿੰਗ ਟੂ ਸਮਥਿੰਗ ਐਟ ਸਪੈਸੀਫਿਕ ਪੁਆਇੰਟ। ਜਦੋਂ ਅਸੀਂ ਕਿਸੇ ਚੀਜ਼ ਨੂੰ ਸਪੈਸੀਫਿਕ ਪੁਆਇੰਟ 'ਤੇ ਰੈਫਰ ਕਰਨਾ ਹੋਵੇ। ਲਾਈਕ ਦਾ ਬੋਆਇਜ਼ ਆਰ ਐਟ ਦੀ ਐਂਟਰੈਂਸ। ਜਿਹੜੇ ਬੋਆਇਜ਼ ਸੀ ਉਹ ਐਂਟਰੈਂਸ ਐਟ ਦੀ ਮੂਵੀ ਥੀਏਟਰ, ਉਹ ਮੂਵੀ ਥੀਏਟਰ ਦੀ ਐਂਟਰੈਂਸ 'ਤੇ ਆ। ਐਗਜ਼ੈਕਟ ਦੱਸਤਾ ਕਿੱਥੇ ਆ ਉਹ, ਮੂਵੀ ਥੀਏਟਰ ਦੀ ਐਂਟਰੈਂਸ 'ਤੇ। ਸੋ ਨੈਕਸਟ ਐਗਜ਼ਾਮਪਲ ਅਸੀਂ ਦੇਖਦੇ ਹਾਂ, ਛੋਟੀ ਐਗਜ਼ਾਮਪਲ ਲੈਂਦੇ ਹਾਂ। ਵੀ ਵਿਲ ਮੀਟ ਐਟ ਏਅਰਪੋਰਟ। ਅਸੀਂ ਕਿੱਥੇ ਮਿਲਾਂਗੇ? ਏਅਰਪੋਰਟ 'ਤੇ। ਏਅਰਪੋਰਟ ਕੋਈ ਜਗ੍ਹਾ ਹੋਏਗੀ ਜਿੱਥੇ ਉਹਨੂੰ ਪਤਾ ਵੀ ਮੈਂ ਇੱਥੇ ਖਲੋਤਾ ਹੋਵਾਂਗਾ ਤਾਂ ਉਹ ਇੱਥੇ ਆ ਜਾਏਗਾ। ਐਗਜ਼ੈਕਟ ਟਾਈਮ ਦੱਸਦਾ, ਐਗਜ਼ੈਕਟ ਲੋਕੇਸ਼ਨ ਜਦੋਂ ਦੱਸਣੀ ਹੋਵੇ ਉਦੋਂ ਅਸੀਂ ਐਟ ਦਾ ਯੂਜ਼ ਕਰਦੇ ਹਾਂ। ਹੁਣ ਸਾਡੇ ਕੋਲ ਆ ਗਈਆਂ ਪ੍ਰੈਪੋਜੀਸ਼ਨਸ ਆਫ ਮੂਵਮੈਂਟ। ਸੋ ਪ੍ਰੈਪੋਜੀਸ਼ਨਸ ਆਫ ਮੂਵਮੈਂਟ ਅਸੀਂ ਡਿਸਕਸ ਕਰਦੇ ਹਾਂ। 2 ਅਸੀਂ ਕਰ ਚੁੱਕੇ ਹਾਂ ਟਾਈਪ, ਥਰਡ ਟਾਈਪ ਆ ਅਤੇ ਲਾਸਟ ਟਾਈਪ ਆ ਸਾਡੇ ਕੋਲ। ਇਹਦੇ ਵਿੱਚ ਅਸੀਂ ਕੀ ਦੇਖਣਾ, ਜਦੋਂ ਅਸੀਂ ਪ੍ਰੈਪੋਜੀਸ਼ਨ, ਉਹ ਪ੍ਰੈਪੋਜੀਸ਼ਨ ਜਿਹਦੇ ਵਿੱਚ ਸਾਨੂੰ ਮੂਵਮੈਂਟ ਦਾ ਪਤਾ ਲੱਗਦਾ ਹੈ। ਕੋਈ ਚੀਜ਼, ਕੋਈ ਆਬਜੈਕਟ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ 'ਤੇ ਕਿਵੇਂ ਮੂਵ ਕਰਕੇ ਜਾ ਰਿਹਾ ਆ, ਉਹਦੇ ਆਧਾਰ 'ਤੇ ਅਸੀਂ ਕਿੱਦਾਂ ਦੇ ਪ੍ਰੈਪੋਜੀਸ਼ਨਸ ਯੂਜ਼ ਕਰਦੇ ਹਾਂ ਉਹ ਅਸੀਂ ਇੱਥੇ ਦੇਖਾਂਗੇ। So essentially they described how something or something move from one place to another. The most commonly used preposition of movement is to, which ਸਭ ਤੋਂ ਮੇਨ ਜਿਹੜਾ ਯੂਜ਼ ਹੁੰਦਾ ਉਹ to ਆ, to, which usually serves to highlight that there is a movement toward। ਇਹ ਜਿੱਥੇ to ਯੂਜ਼ ਹੁੰਦਾ ਉੱਥੇ ਸਾਨੂੰ ਉੱਦਾਂ ਹੀ ਪਤਾ ਲੱਗ ਜਾਂਦਾ ਵੀ ਇੱਥੇ ਮੂਵਮੈਂਟ ਹੋ ਰਹੀ ਹੈ। I am going to। ਸੋ ਅੱਗੇ ਹੈ ਪ੍ਰੈਪੋਜੀਸ਼ਨਸ ਆਫ ਮੂਵਮੈਂਟਸ ਐਗਜ਼ਾਮਪਲਸ ਇਨ ਫੋਲੋਇੰਗ ਸੈਂਟੈਂਸਿਸ। ਸਾਡੇ ਥੱਲੇ ਸੈਂਟੈਂਸ ਨੇ, ਇੱਥੇ ਜਿਹੜੇ ਬੋਲਡ ਲੈਟਰ ਦੇ ਵਿੱਚ ਨੇ ਜਿੱਦਾਂ ਟੂ, ਇਹ ਸਾਡੇ ਕੀ ਨੇ? ਪ੍ਰੈਪੋਜੀਸ਼ਨ ਆਫ ਮੂਵਮੈਂਟ। ਹੀ ਹੈਜ਼ ਗੋਨ ਔਨ ਵਕੇਸ਼ਨ ਟੂ ਫਰਾਂਸ। ਉਹ ਵਕੇਸ਼ਨ 'ਤੇ ਗਿਆ ਆ ਫਰਾਂਸ, ਮਤਲਬ ਲੋਕੇਸ਼ਨ ਆ ਉਹਦੀ, ਉਹ ਇੰਡੀਆ 'ਚ, ਇੰਡੀਆ ਤੋਂ ਫਰਾਂਸ ਗਿਆ, ਜਾਂ ਚਾਈਨਾ ਹੈ, ਚਾਈਨਾ ਤੋਂ ਫਰਾਂਸ ਗਿਆ। ਟੂ ਆਇਆ ਮਤਲਬ ਟੂ ਆਇਆ ਜਿੱਥੇ ਮੂਵਮੈਂਟ ਹੋ ਰਹੀ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਸ਼ੀ ਵੈਂਟ ਟੂ ਦੀ ਬਾਊਲਿੰਗ ਐਲੇ ਐਵਰੀ ਫਰਾਈਡੇ ਲਾਸਟ ਸਮਰ। ਸੋ ਕਹਿੰਦੇ ਉਹ ਵੈਂਟ ਕਿੱਥੇ ਜਾ ਰਹੀ ਆ? ਬਾਊਲਿੰਗ ਐਲੇ ਐਵਰੀ ਫਰਾਈਡੇ ਲਾਸਟ ਸਮਰ। ਐਵਰੀ ਫਰਾਈਡੇ ਉੱਥੇ ਵੀ ਟਾਈਮ ਦੱਸ ਦਿੱਤਾ, ਪਰ ਇੱਥੇ ਗੱਲ ਹੋ ਰਹੀ ਲੋਕੇਸ਼ਨ ਦੀ। ਇੱਥੇ ਮੂਵਮੈਂਟ ਹੋ ਰਹੀ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚੱਲ ਕੇ ਜਾ ਰਹੀ ਆ। ਆਈ ਵਿਲ ਗੋ ਟੂ ਬੈਡ ਵੈਨ ਆਈ ਐਮ ਟਾਇਰਡ। ਹੁਣ ਇੱਥੇ ਵੀ ਮੂਵਮੈਂਟ ਆ। ਆਈ ਵਿਲ ਗੋ ਟੂ ਬੈਡ ਵੈਨ ਆਈ ਐਮ ਟਾਇਰਡ। ਜਦੋਂ ਵੀ ਮੈਂ ਥੱਕਿਆ ਹੁੰਦਾ ਤਾਂ ਮੈਂ ਕੀ ਕਰਨਾ? ਮੈਂ ਬੈੱਡ 'ਤੇ ਚਲ ਜਾਂਦਾ। ਸੋ ਇਹਦੇ 'ਚ ਵੀ ਤੁਹਾਨੂੰ ਮੈਨੂੰ ਲੱਗਦਾ ਸਮਝ ਜ਼ਰੂਰ ਆ ਗਈ ਹੋਏਗੀ, ਕਿਉਂਕਿ ਇਹ ਸਭ ਸੌਖੇ, ਇਹਦੇ 'ਚ ਕੋਈ ਇੰਨਾ ਔਖਾ ਨਹੀਂ ਹੈਗਾ। ਜੇ ਕੋਈ ਹੋਣਗੇ ਥੋੜ੍ਹੇ ਬਹੁਤੇ, ਉਹ ਆਹ ਚੀਜ਼ਾਂ ਹੋਣਗੀਆਂ, ਅਸੀਂ ਅਗਲੀ 'ਚ ਤੁਹਾਨੂੰ ਵਿਦ ਡਾਇਗਰਾਮ ਜਾਂ ਵਿਦ ਚਾਰਟ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਇੱਥੋਂ ਸਕਿੱਪ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਕੋਈ ਇੰਨਾ ਜ਼ਿਆਦਾ ਨਹੀਂ ਆ। ਗੱਲ ਕਰਨੀ ਆ ਅਕਰੋਸ ਤੋਂ ਸਟਾਰਟ। ਹੁਣ ਅਸੀਂ ਟੂ ਦੀ ਕਰ ਰਹੇ ਹਾਂ ਜਦੋਂ ਮੂਵਮੈਂਟ ਹੋਵੇ। ਹੁਣ ਅਕਰੋਸ ਕਿੱਥੇ ਯੂਜ਼ ਕਰਦੇ ਹਾਂ? ਅਕਰੋਸ ਰੈਫਰਸ ਟੂ ਮੂਵਿੰਗ ਫਰੋਮ ਵਨ ਸਾਈਡ ਟੂ ਅਨਦਰ। ਜਦੋਂ ਅਸੀਂ ਇੱਕ ਸਾਈਡ ਤੋਂ ਦੂਜੀ ਸਾਈਡ, ਜਿੱਦਾਂ ਸੜਕ ਕਰੋਸ ਕਰਦੇ ਹਾਂ, ਅਸੀਂ ਸੜਕ ਕਰੋਸ ਕਿਵੇਂ ਕਰਦੇ ਹਾਂ? ਅਸੀਂ ਸੜਕ ਦੇ ਨਾਲ ਨਾਲ ਨਹੀਂ ਤੁਰੇ ਜਾਂਦੇ। ਇੱਕ ਰੋਡ ਤੋਂ ਅਸੀਂ ਮਤਲਬ ਦੂਜੀ ਸਾਈਡ ਜਾਣਾ ਕਰੋਸ ਕਰਕੇ, ਜਿੱਦਾਂ ਲਾਈਟ ਹੋਈ ਆ, ਆਪਾਂ ਦੂਜੀ ਸਾਈਡ ਜਾਣਾ। ਦੂਜੀ ਸਾਈਡ ਮੈਂ ਕੋਈ ਚੀਜ਼ ਲੈਣ ਜਾਣਾ ਅਤੇ ਮੈਂ ਦੂਜੀ ਸਾਈਡ ਅਕਰੋਸ ਜਾਣਾ। ਜਿੱਦਾਂ ਐਗਜ਼ਾਮਪਲ, ਮਾਈਕ ਟਰੈਵਲਡ ਅਕਰੋਸ ਅਮੈਰੀਕਾ ਔਨ ਇਜ਼ ਮੋਟਰਸਾਈਕਲ। ਰਿਬੇਕਾ ਯੂਡੀ ਆ ਸਵਿਮਿੰਗ ਅਕਰੋਸ ਦੀ ਲੇਕ। ਸੋ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਥੋੜ੍ਹੀ ਉਹ ਡਾਇਗਰਾਮ ਜੀ ਵਿਖਾ ਦਾਂ, ਫਿਰ ਅਸੀਂ ਅੱਗੇ ਜਾਂਦੇ ਹਾਂ। ਸੋ ਉਹ ਮੈਂ ਤੁਹਾਨੂੰ ਬਾਅਦ ਵਿੱਚ ਵਿਖਾਉਣਾ, ਉਹ ਮੈਨੂੰ ਸਲਾਈਡ ਮਿਲੀ ਨਹੀਂ। ਅਤੇ ਸੋ ਅਸੀਂ ਪਹਿਲਾਂ ਹੁਣ ਦੂਸਰੇ ਨੰਬਰ 'ਤੇ ਗੱਲ ਕਰਦੇ ਹਾਂ। ਥਰੂ ਰੈਫਰਸ ਟੂ ਮੂਵਿੰਗ ਡਾਇਰੈਕਟਲੀ ਇਨਸਾਈਡ ਸਮਥਿੰਗ। ਜਦੋਂ ਅਸੀਂ ਕਿਸੇ ਦੇ ਵਿੱਚੋਂ ਦੀ ਮਤਲਬ ਜਾਂਦੇ ਹਾਂ। ਥਰੂ ਮਤਲਬ ਮਤਲਬ ਉਹਦੇ ਵਿੱਚੋਂ ਦੀ ਹੋ ਕੇ ਜਾਂਦੇ ਹਾਂ। ਜਿਵੇਂ ਦਾ ਬੁਲਟ ਬੈਨ ਸ਼ੋਟ ਵੈਨ ਥਰੂ ਦਾ ਵਿੰਡੋ, ਵੈਂਟ ਥਰੂ ਦਾ ਵਿੰਡੋ। ਜਦੋਂ ਉਹਨੇ ਗੋਲੀ ਮਾਰੀ ਉਹਦੀ ਵਿੰਡੋ ਦੇ ਥਰੂ ਗਈ, ਮਤਲਬ ਵਿੰਡੋ ਦੇ ਵਿੱਚੋਂ ਦੀ ਗਈ। ਸੋ ਜਦੋਂ ਵੀ ਇੱਦਾਂ ਦੀ ਗੱਲ ਹੋਵੇ ਉੱਥੇ ਅਸੀਂ ਥਰੂ ਯੂਜ਼ ਕਰਦੇ ਹਾਂ। ਲਾਈਕ ਟ੍ਰੇਨ ਪਾਸਿੰਗ ਥਰੂ ਦੀ ਟਨਲ। ਟਨਲ ਕੀ ਹੁੰਦਾ ਹੈ? ਇੱਕ ਸੁਰੰਗ ਲਾ ਲਓ, ਸੁਰੰਗ ਦੇ ਵਿੱਚੋਂ ਦੀ ਟ੍ਰੇਨ ਪਾਸ ਕਰ ਗਈ। ਸੋ ਸਾਡੇ ਕੋਲ ਨੈਕਸਟ ਹੈ ਇਨਟੂ। ਇਨਟੂ ਅਸੀਂ ਕਦੋਂ ਯੂਜ਼ ਕਰਦੇ? ਇਨਟੂ ਰੈਫਰਸ ਟੂ ਐਂਟਰਿੰਗ ਔਰ ਲੁਕਿੰਗ ਇਨਸਾਈਡ ਸਮਥਿੰਗ। ਸੋ ਜਦੋਂ ਅਸੀਂ
ਇਨਟੂ ਉੱਥੇ ਯੂਜ਼ ਕਰਦੇ ਹਾਂ ਜਦੋਂ ਅਸੀਂ ਕਿਸੇ ਚੀਜ਼ ਵਿੱਚ ਐਂਟਰ ਕਰ ਰਹੇ ਹਾਂ, ਉੱਥੇ ਵੀ ਸਾਡੀ ਮੂਵਮੈਂਟ ਆ ਇਨ ਟੂ ਆ ਗਿਆ, ਜਿੱਥੇ ਵੀ ਟੂ ਆ ਗਿਆ ਉੱਥੇ ਮੂਵਮੈਂਟ ਹੋ ਹੀ ਰਹੀ ਹੈ। ਜਦੋਂ ਮੈਂ ਬਾਹਰ ਬੈਠਾ ਹਾਂ, ਮੈਂ ਬਾਹਰੋਂ ਉੱਠ ਕੇ ਆਪਣੇ ਰੂਮ 'ਚ ਜਾਣਾ ਆ, ਉਹ ਉੱਥੇ ਅਸੀਂ ਯੂਜ਼ ਕਰਦੇ ਹਾਂ ਇਨਟੂ। ਜਿੱਦਾਂ ਜੇਮਸ ਵੈਂਟ ਇਨਟੂ ਦਾ ਰੂਮ, ਜੇਮਸ ਜਿਹੜਾ ਬਾਹਰ ਬੈਠਾ ਸੀ ਪਰ ਉਹ ਉੱਠ ਕੇ ਇੱਕ ਜਗ੍ਹਾ ਤੋਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ 'ਤੇ ਗਿਆ, ਯਾਨੀ ਕਿ ਆਪਣੇ ਰੂਮ 'ਚ ਗਿਆ, ਇੱਥੇ ਇਨਟੂ ਆਏਗਾ। ਸੋ ਨੈਕਸਟ ਸਾਡੇ ਕੋਲ ਹੈ ਅਪ, ਓਵਰ, ਡਾਊਨ, ਪਾਸਟ ਐਂਡ ਅਰਾਊਂਡ। ਇਹ ਵੀ ਡਾਇਰੈਕਸ਼ਨ ਨੂੰ ਹੀ ਸ਼ੋਅ ਕਰਦੇ ਆ। ਜਿਵੇਂ ਜੈਕ ਵੈਂਟ ਅਪ ਦੀ ਹਿੱਲ, ਜੈਕ ਜਿਹੜਾ ਆ ਉਹ ਹਿੱਲ 'ਤੇ ਚੜ੍ਹਿਆ, ਮਤਲਬ ਅਪ ਵੀ, ਅਤੇ ਜੇ ਉਹ ਹਿੱਲ ਤੋਂ ਉਤਰਦਾ ਹੈ ਜੈਕ ਵੈਂਟ ਡਾਊਨ ਦੀ ਹਿੱਲ, ਉਹ ਵੈਂਟ ਤੋਂ ਥੱਲੇ ਆ ਗਿਆ, ਮਤਲਬ ਹਿੱਲ ਤੋਂ ਥੱਲੇ ਆ ਗਿਆ। ਸੋ ਓਵਰ ਕਿੱਥੇ ਯੂਜ਼ ਕਰਦੇ ਹਾਂ, ਵੀ ਵਿਲ ਟਰੈਵਲ ਓਵਰ ਯੂਜ਼ ਕਰਦੇ ਹਾਂ ਜਿਹੜੀ ਚੀਜ਼ 'ਤੇ ਮੈਂ ਘਰ ਜਾ ਰਿਹਾ, ਮਤਲਬ ਜਾ ਰਿਹਾ ਕਿਤੇ ਵੀ, ਜਿੱਦਾਂ ਆਈ ਵਿਲ ਟਰੈਵਲ ਓਵਰ ਕਾਰ, ਠੀਕ ਆ। ਸੋ ਹੋਰਸ 'ਤੇ ਆ ਗਿਆ ਅਰਾਊਂਡ, ਦਾ ਹੋਰਸ ਰਨਸ ਅਰਾਊਂਡ ਹੁੰਦਾ ਹੈ ਆਲੇ ਦੁਆਲੇ। ਟਰੈਕ ਜਿੱਦਾਂ ਰਨਿੰਗ ਟਰੈਕ ਹੁੰਦਾ ਹੈ ਲਾਈਕ ਇੱਦਾਂ ਦਾ, ਠੀਕ ਆ। ਸੋ ਦਾ ਹੋਰਸ ਰਨਸ ਅਰਾਊਂਡ ਦਾ ਟਰੈਕ ਦੇ ਅਰਾਊਂਡ ਮਤਲਬ ਉਹਨੇ ਰਨ ਕੀਤਾ। ਸੋ ਸਾਡੇ ਕੋਲ ਇਹ ਆ ਗਿਆ। ਸੋ ਨੈਕਸਟ ਸਾਡੇ ਕੋਲ ਹੈ ਪਾਸਟ, ਦਾ ਕਾਰ ਯੂਜ਼ਡ ਪਾਸ ਦੇ ਟਰੱਕ ਔਨ ਦਾ ਹਾਈਵੇ। ਸੋ ਇਹਦੇ ਵਿੱਚੋਂ ਜਿਹੜੇ ਇੰਪੋਰਟੈਂਟ ਨੇ ਉਹ ਹੈ ਓਵਰ, ਡਾਊਨ, ਅਰਾਊਂਡ, ਅਪ, ਇਹ ਚੀਜ਼ਾਂ ਆ ਸਕਦੀਆਂ ਨੇ। ਸੋ ਇਨਟੂ ਵਾਲਾ ਵੀ ਇੰਪੋਰਟੈਂਟ ਹੈ। ਸੋ ਜਦੋਂ ਅਸੀਂ MCQ ਕਰਾਂਗੇ ਉਦੋਂ ਤੁਹਾਨੂੰ ਜ਼ਿਆਦਾ ਸਮਝ ਆਏਗੀ। ਜਿਵੇਂ ਕਿ ਅਸੀਂ ਇਸ ਟੇਬਲ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਮੈਂ ਕਹਿਣਾ ਹੋਵੇ ਬਾਲ ਕਿੱਥੇ ਪਈ ਆ, ਤੁਸੀਂ ਕਹੋਗੇ ਬਿਹਾਈਂਡ ਮਤਲਬ ਉਹਦੇ ਲਾਗੇ ਪਈ ਆ, ਕਿਹਦੇ ਬਾਕਸ ਦੇ ਲਾਗੇ। ਜੇ ਮੈਂ ਪੁੱਛਣਾ ਹੋਵੇ ਜਿੱਦਾਂ ਦੂਸਰੀ ਡਾਇਗਰਾਮ ਜੇ ਅਸੀਂ ਦੇਖੀਏ ਉਹਦੇ 'ਚ ਸਾਹਮਣੇ ਪਈ ਆ, ਇਨ ਫਰੰਟ ਆਫ, ਇੱਥੇ ਅਸੀਂ ਯੂਜ਼ ਕਰਦੇ ਹਾਂ ਇਨ ਫਰੰਟ ਆਫ ਜਦੋਂ ਬਾਲ ਸਾਹਮਣੇ ਪਈ ਹੋਵੇ। ਸੋ ਜੇ ਬਾਲ ਇੱਕ ਸਾਈਡ 'ਤੇ ਪਈ ਆ, ਇੱਥੇ ਬਾਕਸ ਪਿਆ, ਬਾਕਸ ਦੇ ਨਾਲ ਹੀ ਬਾਲ ਪਈ ਆ, ਤੁਸੀਂ ਕਹੋਗੇ ਨੈਕਸਟ ਟੂ ਦੀ ਬਾਕਸ, ਮਤਲਬ ਜਿਹੜੀ ਬਾਲ ਆ ਉਹ ਬਾਕਸ ਦੇ ਅੱਗੇ ਪਈ ਆ। ਸੋ ਜਦੋਂ ਬਟਵੀਨ ਦੀ ਗੱਲ ਹੁੰਦੀ ਹੈ, ਬਟਵੀਨ ਦਾ ਮਤਲਬ ਹੁੰਦਾ ਆ ਵਿਚਕਾਰ। ਅਤੇ ਜਦੋਂ ਅਸੀਂ ਇੱਦਾਂ ਦੀ ਗੱਲ ਕਰਦੇ ਹਾਂ ਵੀ ਕੋਈ ਚੀਜ਼ ਦੋ ਚੀਜ਼ਾਂ ਦੇ ਵਿਚਕਾਰ ਹੋਵੇ, ਅਸੀਂ ਬਟਵੀਨ ਦਾ ਯੂਜ਼ ਕਰਦੇ ਹਾਂ। ਨੀਅਰ ਯੂਜ਼ ਕਰਦੇ ਹਾਂ, ਉਹਦੇ ਨਾਲ ਨਹੀਂ ਜੁੜੀ, ਟੱਚ ਨਹੀਂ ਹੋ ਰਹੀ, ਪਰ ਉਹਦੇ ਲਾਗੇ ਆ, ਥੋੜ੍ਹੀ ਜਿਹੀ ਡਿਸਟੈਂਸ 'ਤੇ ਆ, ਪਰ ਉਹਦੇ ਨੀਅਰ ਆ, ਲਾਗੇ ਆ। ਸੋ ਅਬਵ ਯੂਜ਼ ਕਰਦੇ ਹਾਂ ਜਦੋਂ ਸਰਫੇਸ ਨਾਲ ਟੱਚ ਨਾ ਹੋ ਰਿਹਾ ਹੋਵੇ ਪਰ ਉਹਦੇ ਉੱਚੇ ਹੋਵੇ, ਉੱਪਰ ਹੋਵੇ, ਮਤਲਬ ਥੋੜ੍ਹਾ ਜਿਹਾ ਉੱਪਰ। ਜਿੱਦਾਂ ਐਗਜ਼ਾਮਪਲ ਅਬਵ ਆ, ਇਹਦੇ ਵਿੱਚ ਡਾਇਗਰਾਮ 'ਚ ਦੇਖੀਏ ਬਾਲ ਥੋੜ੍ਹੀ ਜਿਹੀ ਉੱਪਰ ਉੱਠੀ ਹੋਈ ਆ। ਸੋ ਇੱਥੇ ਅਬਵ ਯੂਜ਼ ਕਰਨਾ। ਬਿਲੋ ਹੁੰਦਾ ਥੱਲੇ, ਮਤਲਬ ਬਾਕਸ ਦੇ ਥੱਲੇ, ਟੱਚ ਨਹੀਂ ਹੋ ਰਹੀ ਪਰ ਬਾਕਸ ਦੇ ਥੱਲੇ। ਜਿੱਦਾਂ ਨੈਕਸਟ ਜੇ ਅਸੀਂ ਦੇਖੀਏ ਡਾਇਗਰਾਮ, ਇਨ ਦਾ ਮਤਲਬ ਅਸੀਂ ਜਿੱਦਾਂ ਵੇਖ ਕੇ ਆਏ ਹਾਂ, ਇਨ ਦਾ ਯੂਜ਼ ਕਰਦੇ ਹਾਂ ਜਦੋਂ ਅਸੀਂ ਵਿੱਚ ਦੀ ਗੱਲ ਕਰ ਰਹੇ ਹੋਈਏ। ਇਨ ਮਤਲਬ ਹੁੰਦਾ ਹੈ ਵਿੱਚ, ਪੂਰੀ ਤਰ੍ਹਾਂ ਬਾਊਂਡਰੀ ਦੇ ਅੰਦਰ। ਔਨ ਦਾ ਮੀਨਿੰਗ ਹੁੰਦਾ ਹੈ ਉੱਪਰ, ਜਿਵੇਂ ਕਿ ਸਰਫੇਸ ਦੀ ਗੱਲ ਹੋ ਰਹੀ ਵੀ, ਔਨ ਦੇ ਨਾਲ ਸਰਫੇਸ ਦੀ ਗੱਲ ਹੋਈ, ਬਾਲ ਸਰਫੇਸ 'ਤੇ ਪਈ ਆ। ਜਿਵੇਂ ਕਿ ਸਾਡੇ ਕੋਲ ਇਹ ਇੱਕ ਪਿਕਚਰ ਆ, ਇਹਦੇ ਵਿੱਚੋਂ ਅਸੀਂ ਸਾਰੇ ਸਾਡੇ ਕਲੀਅਰ ਹੋ ਜਾਣੇ। ਜਿਵੇਂ ਡਾਊਨ ਆ, ਹੁਣ ਉਹਦੇ ਤੋਂ ਬਾਲ ਥੱਲੇ ਨੂੰ ਰਿੜ ਰਹੀ ਆ। ਜਦੋਂ ਵੀ ਕੋਈ ਇੱਦਾਂ ਦੀ ਚੀਜ਼ ਹੋਵੇ ਜਿਹੜੀ ਉੱਪਰੋਂ ਠਾਹ ਨੂੰ ਆ ਰਹੀ ਹੋਵੇ, ਉੱਥੇ ਅਸੀਂ ਡਾਊਨ ਯੂਜ਼ ਕਰਦੇ ਹਾਂ ਪ੍ਰੈਪੋਜੀਸ਼ਨ। ਪਰ ਜਦੋਂ ਥੱਲਿਓਂ ਉੱਪਰ ਨੂੰ ਜਾ ਰਹੀ ਹੈ ਕੋਈ ਚੀਜ਼, ਉੱਥੇ ਅਸੀਂ ਅਪ ਦੀ ਸਟੇਅਰ ਕਰਾਂਗੇ ਯੂਜ਼। ਹੁਣ ਸਾਡੇ ਕੋਲ ਆ ਗਏ ਬਾਕਸ ਅਤੇ ਬਾਲ। ਜਦੋਂ ਅਸੀਂ ਕਿਸੇ ਬਾਕਸ 'ਚੋਂ ਕੋਈ ਚੀਜ਼ ਕੱਢ ਰਹੇ ਹਾਂ ਅਤੇ ਆਊਟ ਆਫ ਦੀ ਬਾਕਸ ਹੋਏਗਾ। ਜਦੋਂ ਅਸੀਂ ਬਾਕਸ ਦੇ ਵਿੱਚ ਕੋਈ ਚੀਜ਼ ਰੱਖ ਰਹੇ ਹਾਂ ਉਦੋਂ ਇਨਟੂ ਦੀ ਬਾਕਸ ਹੋਏਗਾ, ਠੀਕ ਹੈ ਜੀ। ਫਿਰ ਜਦੋਂ ਕੋਈ ਚੀਜ਼ ਬਾਕਸ ਦੇ ਅੰਦਰ ਪਈ ਆ ਉਹਨੂੰ ਕਵਾਂਗੇ ਇਨ ਦਾ ਬਾਕਸ, ਜਦੋਂ ਕੋਈ ਉੱਪਰ ਪਈ ਆ ਉਦੋਂ ਕਵਾਂਗੇ ਔਨ ਦਾ ਬਾਕਸ। ਤੁਸੀਂ ਨਾਲ ਮੈਂ ਲਾਈਨ ਵਾਈਜ਼ ਹੀ ਪੜ੍ਹ ਰਿਹਾ, ਤੁਸੀਂ ਹੁਣ ਮੈਂ ਹੈਗਾ ਜੀ ਅੰਡਰ ਦੀ ਬਾਕਸ, ਤੁਸੀਂ ਨਾਲ ਫੋਟੋ ਜ਼ਰੂਰ ਵੇਖੋ। ਅੰਡਰ ਦੀ ਬਾਕਸ ਮਤਲਬ ਬਾਕਸ ਦੇ ਥੱਲੇ ਟੱਚ ਹੋ ਰਹੀ ਹੈ, ਬਾਕਸ ਦੇ ਥੱਲੇ ਆ। ਨੈਕਸਟ ਟੂ ਦੀ ਬਾਕਸ ਯਾਨੀ ਕਿ ਬਾਕਸ ਦੇ ਨੈਕਸਟ ਪਈ ਆ, ਨਾਲ ਹੀ ਪਈ ਆ ਅਗਲੇ ਪਾਸੇ। ਸੋ ਟੂਵਰਡ ਦੀ ਬਾਕਸ, ਜਦੋਂ ਮੈਂ ਕਿਸੇ ਚੀਜ਼ ਵੱਲ ਕੋਈ ਚੀਜ਼ ਸੁੱਟਾਂ, ਮੈਂ ਬਾਲ ਸੁੱਟ ਰਿਹਾ ਡੱਬੇ ਵੱਲ, ਸੋ ਟੂਵਰਡਸ ਹੋ ਜਾਏਗਾ। ਸੋ ਅੱਗੇ ਹੈ ਅਵੇ ਫਰੋਮ ਦੀ ਬਾਕਸ, ਮੈਂ ਬਾਕਸ ਤੋਂ ਪਰਾਂ ਸੁੱਟ ਰਿਹਾ, ਬਾਕਸ ਵੱਲ ਅੱਗੇ ਮੈਂ ਖਲੋਤਾ ਹਾਂ, ਮੈਂ ਬਾਕਸ ਤੋਂ ਪਰਾਂ ਬਾਲ ਸੁੱਟੀ ਆ, ਉਦੋਂ ਆਏਗਾ ਅਵੇ। ਸੋ ਅੱਗੇ ਹੈ ਪਾਸਟ ਦਾ ਬਾਕਸ। ਪਾਸਟ ਦਾ ਬਾਕਸ ਹੁੰਦਾ ਹੈ ਬਾਕਸ ਦੇ ਲਾਗੇ ਖਲੋਤਾ, ਮੈਂ ਰੇਡ ਨਾਲ ਲਾਗੋਂ, ਬਾਕਸ ਦੇ ਲਾਗੋਂ ਦੀ ਕੋਈ ਚੀਜ਼ ਲੰਘ ਜੇ, ਉਹਨੂੰ ਕਹੇਗਾ ਬਾਕਸ ਨੂੰ ਕ੍ਰੋਸ ਕਰਕੇ ਅੱਗੇ ਲੰਘ ਜੇ, ਉਹਨੂੰ ਕਹਾਂਗੇ ਆਪਾਂ ਪਾਸਟ ਦੀ ਬਾਕਸ। ਸੋ ਓਵਰ ਦੀ ਬਾਕਸ ਹੁੰਦਾ ਹੈ ਮੈਂ ਇੱਥੋਂ ਬਾਲ ਚੁੱਕ ਕੇ ਬਾਕਸ ਦੇ ਉੱਪਰ ਦੀ ਸੁੱਟਦਾ, ਉਹਨੂੰ ਕਹਾਂਗਾ ਓਵਰ ਦੀ ਬਾਕਸ। ਸੋ ਨੈਕਸਟ ਸਾਡੇ ਕੋਲ ਹੈ ਬਿਟਵੀਨ ਦੀ ਬਾਕਸ, ਯਾਨੀ ਕਿ ਬਾਕਸ ਦੇ ਵਿਚਕਾਰ ਜਦੋਂ ਕੋਈ ਚੀਜ਼ ਹੋਵੇ ਉਸ 'ਤੇ ਕਵਾਂਗੇ, ਕੋਈ ਦੋ ਚੀਜ਼ਾਂ ਦੇ ਵਿਚਕਾਰ ਇੱਕ ਚੀਜ਼ ਹੋਵੇ ਉਹਨੂੰ ਕਵਾਂਗੇ ਬਿਟਵੀਨ। ਅਮੰਗ ਹੋਵੇਗਾ ਬਹੁਤ ਸਾਰੀਆਂ ਚੀਜ਼ਾਂ, ਉਹਦੇ ਵਿੱਚ ਇੱਕ ਚੀਜ਼ ਅਸੀਂ ਸਾਡਾ ਜਿਹਨੂੰ ਅਸੀਂ ਆਈਡੈਂਟੀਫਾਈ ਕਰਨਾ ਉਹ ਵਿੱਚ ਹੋਵੇ, ਉਹਨੂੰ ਕਵਾਂਗੇ ਅਮੰਗ ਦੀ ਬਾਕਸ। ਹੀ ਇਜ਼ ਸਿਟਿੰਗ ਅਮੰਗ ਦੀ ਚਿਲਡਰਨਸ। ਸੋ ਇਨ ਫਰੰਟ ਆਫ
ਸਾਹਮਣੇ, ਬਿਹਾਈਂਡ ਮਤਲਬ ਪਿੱਛੇ। ਸੋ ਔਨ ਟੂ ਦਾ ਮਤਲਬ ਕੋਈ ਚੀਜ਼ ਮੈਂ ਸੁੱਟਾਂ ਤੇ ਉਹਦੇ ਉੱਪਰ ਜਾ ਕੇ ਡਿੱਗ ਪਏ। ਔਨ ਹੁੰਦਾ ਸਰਫੇਸ, ਮੈਂ ਬੋਲ ਸੁੱਟੀ, ਬਾਕਸ ਦੇ ਸਰਫੇਸ ਦੇ ਉੱਤੇ ਡਿੱਗ ਪਈ ਜਾ ਕੇ। ਆਫ ਦੀ ਬਾਕਸ, ਬਾਕਸ ਤੋਂ ਥੱਲੇ ਡਿੱਗ ਗਈ। ਸੋ ਅਰਾਊਂਡ ਦੀ ਕਿਊਬ, ਜਿਵੇਂ ਕਿ ਮੈਂ ਤੁਹਾਨੂੰ ਹੋਰਸ ਵਾਲੀ ਐਗਜ਼ਾਮਪਲ ਦਿੱਤੀ ਸੀ, ਇਸੇ ਤਰ੍ਹਾਂ ਬਾਕਸ ਦੇ ਆਲੇ ਦੁਆਲੇ ਬੋਲ ਜਿਹੜੀ ਆ ਸਰਕਲ ਘੁੰਮ ਰਹੀ ਆ। ਸੋ ਨੈਕਸਟ ਸਾਡੇ ਕੋਲ ਹੈ ਅੰਡਰ ਦੀ ਬਾਕਸ, ਬਾਕਸ ਦੇ ਥੱਲੇ। ਸੋ ਅੱਗੇ ਸਾਡੇ ਕੋਲ ਹੈ ਅਬਵ। ਅਬਵ ਹੁੰਦਾ ਹੈ ਉੱਪਰ, ਸਰਫੇਸ ਨਾਲ ਟੱਚ ਨਹੀਂ ਹੋਣਾ ਪਰ ਉੱਪਰ ਹੋਏਗੀ। ਬਿਲੋ ਹੁੰਦਾ ਹੈ ਸਰਫੇਸ ਦਾ ਟੱਚ ਨਹੀਂ ਹੋਣਾ ਪਰ ਬਿਲੋ ਮਤਲਬ ਥੱਲੇ। ਨੀਅਰ ਦੀ ਬਾਕਸ, ਬਾਕਸ ਦੇ ਨਾਲ ਟੱਚ ਨਹੀਂ ਹੈ ਪਰ ਉਹਦੇ ਲਾਗੇ ਆ। ਫਾਰ ਫਰੋਮ ਦੀ ਬਾਕਸ, ਪਰ ਬਾਕਸ ਤੋਂ ਬਹੁਤ ਜ਼ਿਆਦਾ ਦੂਰ।